ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸੋ ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਗਤ ਜੀਆਂ ਦੀ ਕਲਿਆਣ ਕਰਦਿਆਂ ਹੋਇਆਂ ਸਤਿਗੁਰੂ ਭਾਈ ਮਰਦਾਨੇ ਦੇ ਪੁੱਤਰ ਸ਼ਹਿਜ਼ਾਦੇ ਨੂੰ ਨਾਲ ਲੈ ਕੇ ਖੁਰਮੇ ਨਗਰ ਵੱਲ ਚੱਲੇ ਹਨ। ਰਸਤੇ ਵਿੱਚ ਤੁਲੰਬਾ ਨਗਰ ਆਇਆ ਹੈ, ਜਿੱਥੇ ਇੱਕ ਸੱਜਣ ਨਾਮ ਦਾ ਠੱਗ ਇੱਕ ਦੇਹੁਰਾ ਇੱਕ ਮਸੀਤ ਬਣਾ ਕੇ ਉੱਥੇ ਬੜੇ ਸੁੰਦਰ ਬਸਤਰ ਧਾਰਨ ਕਰਕੇ ਬੈਠਾ ਸੀ। ਜਦੋਂ ਤੁਲੰਬੇ ਨਗਰ ਦੇ ਬਾਰ-ਬਾਰ ਸਤਿਗੁਰੂ ਜੀ ਨੇ ਮਹਾਰਾਜ ਜੀ ਨੇ ਨਿਵਾਸ ਕੀਤਾ ਹੈ, ਭਾਈ ਸ਼ਹਿਜ਼ਾਦੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਨਗਰ ਵਿੱਚ ਜਾ ਕੇ ਕੁਝ ਖਾ ਆਵਾਂ। ਗੁਰੂ ਜੀ ਤੋਂ ਆਗਿਆ ਲੈ ਕੇ ਜਦ ਭਾਈ ਮਰਦਾਨੇ ਦਾ ਪੁੱਤਰ ਸ਼ਹਿਜ਼ਾਦਾ ਨਗਰ ਦੇ ਵਿੱਚ ਜਾਂਦਾ ਹੈ ਤੇ ਜਿਸ ਨੇ ਵੈਸ਼ਨਵ ਵਾਲੇ ਵਸਤਰ ਧਾਰਨ ਕੀਤੇ ਹੋਏ, ਧਰਮੀਆਂ ਵਾਲਾ ਲਿਬਾਸ ਧਾਰਨ ਕੀਤਾ ਹੋਇਆ ਸੀ, ਨਾਮ ਆਪਣਾ ਸੱਜਣ ਰਖਾਇਆ ਸੀ, ਪਰ ਅੰਦਰੋਂ ਇਹ ਪਾਪੀ ਸੀ। ਭਾਈ ਸ਼ਹਿਜ਼ਾਦਾ ਉਹਦੇ ਕੋਲ ਖੜਾ ਹੋਇਆ, ਜਾ ਕੇ ਸਾਰੀ ਗੱਲ ਬਾਤ ਦੱਸੀ ਹੈ। ਉਸ ਸੱਜਣ ਨੇ ਕਿਹਾ ਕਿ ਤੇਰਾ ਨਾਮ ਕੀ ਹੈ, ਕਿੱਥੋਂ ਦਾ ਤੂੰ ਰਹਿਣ ਵਾਲਾ ਹੈ? ਭਾਈ ਸ਼ਹਿਜ਼ਾਦੇ ਨੇ ਦੱਸਿਆ ਹੈ ਕਿ ਇੱਥੋਂ ਥੋੜ੍ਹੀ ਦੂਰ ਸਾਡਾ ਨਗਰ ਹੈ ਤੇ ਮੈਂ ਮਿਰਾਸੀ ਹਾਂ। ਤੇ ਅੱਗੋਂ ਪੁੱਛਣ ਲੱਗਾ ਕਿ ਤੇਰਾ ਮਾਲਕ ਕਿੱਥੇ ਹੈ? ਕਹਿਣ ਲੱਗਾ ਕਿ ਨਗਰ ਤੋਂ ਬਾਹਰ ਬਿਰਾਜਮਾਨ। ਜਦੋਂ ਭਾਈ ਸ਼ਹਿਜ਼ਾਦੇ ਦੇ ਕੀਮਤੀ ਬਸਤਰ ਦੇਖੇ, ਦੇਖ ਕੇ ਜਿਹੜਾ ਸੱਜਣ ਠੱਗ ਸੀ ਆਪਣੇ ਬੰਦਿਆਂ ਨੂੰ ਇਸ਼ਾਰਾ ਕੀਤਾ, ਭਾਈ ਸ਼ਹਿਜ਼ਾਦੇ ਨੂੰ ਅੰਦਰ ਲੈ ਗਏ ਕਿ ਆਓ ਤੁਹਾਡੀ ਆਓ ਭਗਤ ਕਰੀਏ। ਅੰਦਰ ਲਿਜਾ ਕੇ ਰੱਸੀਆਂ ਦੇ ਨਾਲ ਮੁਸ਼ਕਾਂ ਬੰਨ੍ਹ ਦਿੱਤੀਆਂ, ਕੀਮਤੀ ਬਸਤਰ ਉਤਾਰ ਲਏ। ਫਿਰ ਤਾੜਨਾ ਕਰਨ ਲੱਗੇ ਕਿ ਹੋਰ ਜੋ ਕੁਝ ਤੇਰੇ ਪਾਸ ਹੈ ਸਾਨੂੰ ਦੇ ਦੇ, ਨਹੀਂ ਤਾਂ ਹੋਰ ਸਜ਼ਾਵਾਂ ਤੈਨੂੰ ਦੇਵਾਂਗੇ। ਭਾਈ ਮਰਦਾਨੇ ਦਾ ਪੁੱਤਰ ਸ਼ਹਿਜ਼ਾਦਾ ਮਨ ਹੀ ਮਨ ਗੁਰੂ ਸਾਹਿਬ ਨੂੰ ਯਾਦ ਕਰਨ ਲੱਗਾ, ਤਪਾ ਜੀ ਚੰਗਾ ਮੈਨੂੰ ਇੱਥੇ ਭੋਜਨ ਛਕਾਉਣ ਭੇਜਿਆ ਹੈ, ਇਹਨਾਂ ਤਾਂ ਮੇਰੀਆਂ ਮੁਸ਼ਕਾਂ ਹੀ ਬੰਨ੍ਹ ਲਈਆਂ ਨੇ। ਇੱਧਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਦੇ ਅੰਦਰ ਦੀ ਜਾਣੀ ਹੈ। ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਮੈਨੂੰ ਲੈ ਕੇ ਸੱਜਣ ਠੱਗ ਦੇ ਕੋਲ ਪਹੁੰਚ ਗਏ। ਜਾ ਕੇ ਮਹਾਰਾਜ ਜੀ ਨੇ ਸਤ ਕਰਤਾਰ ਇਹ ਸਤਿਗੁਰੂ ਜੀ ਨੇ ਜਾ ਕੇ ਬਚਨ ਕੀਤੇ ਨੇ। ਦੇਖ ਕੇ ਸੱਜਣ ਵੱਲ ਕਹਿਣ ਲੱਗੇ, ਗੁਰਦੇਵ ਸੱਜਣ ਸਾਡਾ ਇੱਕ ਮਨੁੱਖ ਤੇਰੇ ਕੋਲ ਆਇਆ ਹੈ। ਅੱਗੋਂ ਸੱਜਣ ਠੱਗ ਕਹਿਣ ਲੱਗਾ ਕਿ ਨਾ ਸੰਤ ਜੀ ਮੇਰੇ ਕੋਲ ਤਾਂ ਕੋਈ ਨਹੀਂ ਆਇਆ। ਮਹਾਰਾਜ ਕਹਿਣ ਲੱਗੇ ਇੱਥੇ ਹੀ ਆਇਆ, ਤੇਰੇ ਅੰਦਰ ਹੋਵੇਗਾ। ਅੱਗੋਂ ਸੱਜਣ ਠੱਗ ਕਹਿਣ ਲੱਗਾ ਕਿ ਨਾ ਮੈਂ ਕਿਸੇ ਨੂੰ ਆਉਂਦਿਆਂ ਦੇਖਿਆ ਹੈ ਤੇ ਨਾ ਹੀ ਮੇਰੇ ਕੋਈ ਅੰਦਰ ਹੈ। ਇੰਨੀ ਗੱਲ ਕਹਿ ਕੇ ਸਤਿਗੁਰੂ ਜੀ ਨੇ ਭਾਈ ਬਾਲੇ ਨੂੰ ਕਿਹਾ, ਬਾਲੇ ਜਾ ਅੰਦਰ ਤੇ ਜਾ ਕੇ ਸ਼ਹਿਜ਼ਾਦੇ ਨੂੰ ਬਾਹਰ ਲਿਆ ਤੇ ਇਹ ਸੱਜਣ ਠੱਗ ਦਾ ਮੂੰਹ ਕਾਲਾ ਕਰੀਏ। ਮੈਂ ਸਤਿਗੁਰਾਂ ਦਾ ਬਚਨ ਮੰਨ ਕੇ ਭਾਈ ਬਾਲਾ ਜੀ ਕਹਿੰਦੇ ਅੰਦਰ ਗਿਆ। ਕੀ ਦੇਖਿਆ? ਭਾਈ ਸ਼ਹਿਜ਼ਾਦੇ ਨੂੰ ਰੱਸਿਆਂ ਦੇ ਨਾਲ ਬੰਨ੍ਹਿਆ ਸੀ। ਜਾ ਕੇ ਉਹਨੂੰ ਛਡਾਇਆ ਤੇ ਭਾਈ ਸ਼ਹਿਜ਼ਾਦਾ ਕਹਿਣ ਲੱਗਾ ਕਿ ਇਹਨਾਂ ਨੇ ਮੇਰੇ ਬਸਤਰ ਉਤਾਰੇ ਨੇ। ਅੱਗੋਂ ਜਿਹੜੇ ਸੱਜਣ ਠੱਗ ਦੇ ਮਨੁੱਖ ਸੀ ਕਹਿਣ ਲੱਗੇ ਕਿ ਨਾ ਇਹ ਤਾਂ ਇਸੇ ਤਰ੍ਹਾਂ ਹੀ ਆਇਆ ਹੈ। ਇੰਨੇ ਚਿਰ ਵਿੱਚ ਭਾਈ ਸ਼ਹਿਜ਼ਾਦੇ ਨੂੰ ਲੈ ਕੇ ਸਤਿਗੁਰਾਂ ਦੇ ਸਾਹਮਣੇ ਆਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਤੇ ਆ ਕੇ ਨਮਸਕਾਰ ਕੀਤੀ। ਭਾਈ ਸ਼ਹਿਜ਼ਾਦੇ ਨੇ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਆ ਜਿਹੜਾ ਸੋਹਣਾ ਲਿਬਾਸ ਪਾ ਕੇ ਮਨੁੱਖ ਬੈਠਾ ਹੈ ਨਾ, ਇਹਦੀ ਅੰਦਰ ਜਿਹੜੀ ਇਸ ਦਾ ਮਨ ਜਿਹੜਾ ਇਸ ਦੀ ਮੱਤ ਪਾਪਾਂ ਨਾਲ ਭਿੱਜੀ ਹੈ, ਇਹ ਬਹੁਤ ਵੱਡਾ ਪਾਪੀ ਮਨੁੱਖ ਹੈ, ਬਹੁਤ ਵੱਡਾ ਠੱਗ ਹੈ। ਇਹਨੇ ਮੇਰੀਆਂ ਮੁਸ਼ਕਾਂ ਬੰਨੀਆਂ, ਮੇਰੇ ਕੀਮਤੀ ਬਸਤਰ ਵੀ ਉਤਾਰ ਲਏ। ਇਹ ਸੁਣ ਕੇ ਜਿਹੜਾ ਸੱਜਣ ਠੱਗ ਸੀ ਬੜਾ ਲੱਜਤ ਹੋਇਆ, ਸ਼ਰਮਸਾਰ ਹੋਇਆ, ਧੌਣ ਨੀਵੀਂ ਕਰ ਲਈ, ਲੁਕਣ ਦਾ ਬਹਾਨਾ ਲੱਭਦਾ ਸੀ। ਜਦੋਂ ਇਸ ਨੂੰ ਬੜਾ ਸ਼ਰਮਸਾਰ ਹੋਇਆ ਦੇਖਿਆ, ਕਿਰਪਾਲੂ ਸਤਿਗੁਰਾਂ ਨੇ
ਸੂਹੀ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਉਚਾਰਨ ਕੀਤਾ। ਉਜਲ ਕਹਿ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸਭ ਧੋਵਾਂ ਤਿਸ। ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੈ ਲੇਖਾਂ ਮੰਗੀਐ ਤਿੱਥੈ ਖੜੇ ਦਸਨ। ਇਹ ਪਾਵਨ ਸ਼ਬਦ ਉਚਾਰਨ ਕਰਕੇ ਸਤਿਗੁਰੂ ਜੀ ਜਿਸ ਤਰ੍ਹਾਂ ਉਪਦੇਸ਼ ਦੇਣਗੇ, ਇਸ ਸੱਜਣ ਠੱਗ ਨੂੰ ਆਪਣੇ ਗੁਨਾਹਾਂ ਦਾ ਅਹਿਸਾਸ ਹੋਵੇਗਾ। ਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਪੈ ਕੇ ਆਪਣੀ ਭੁੱਲ ਬਖਸ਼ਾਉਂਦਾ ਹੈ। ਜਿਸ ਤਰ੍ਹਾਂ ਪਾਤਸ਼ਾਹ ਇਹਨੂੰ ਬਖਸ਼ ਕੇ ਭਾਈ ਸ਼ਹਿਜ਼ਾਦੇ ਦੇ ਚਰਨੀ ਲਾ ਕੇ ਇੱਥੋਂ ਮਹਾਰਾਜ ਅੱਗੇ ਚੱਲਣਗੇ। ਭਾਈ ਮਰਦਾਨੇ ਦੇ ਪੁੱਤਰ ਨੂੰ, ਸ਼ਹਿਜ਼ਾਦੇ ਨੂੰ ਤੁਲੰਬੇ ਨਗਰ ਦੇ ਵਿੱਚ ਰੱਖ ਕੇ ਫਿਰ ਗੁਰਦੇਵ ਕੰਧਾਰ ਜਾਣਗੇ। ਇਹ ਵਿਚਾਰ ਅੱਗੇ ਆ ਰਹੀ ਹੈ। ਆਓ ਗੁਰ ਸੰਗਤ ਜੀ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜੀਏ। ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਜੀਵਨ ਕੌਤਕਾਂ ਦੀ ਜੋ ਕਥਾ ਹੈ, ਇਸ ਪਾਵਨ ਅੰਮ੍ਰਿਤ ਨੂੰ ਕੰਨਾਂ ਨੂੰ ਡੋਨੇ ਬਣਾ ਕੇ ਪੀਣ ਦਾ ਯਤਨ ਕਰੀਏ। ਆਪ ਸਮੁੱਚੀਆਂ ਸੰਗਤਾਂ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਅਦਬ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਦੁਰਮਤ ਤੂੰ ਕਲਮਲ ਕੀ ਖਾਣ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇਖ ਕੇ ਸੱਜਣ ਵੱਲ ਸਤਿਗੁਰੂ ਕਹਿਣ ਲੱਗੇ, ਐ ਖੋਟੀ ਮੱਤ ਵਾਲਿਆ, ਐ ਦੁਰਮਤੀਏ, ਤੂੰ ਤਾਂ ਪਾਪਾਂ ਦੀ ਖਾਨ ਹੈ। ਇੱਕ ਅੱਧਾ ਕਿਸੇ ਵਿੱਚ ਕੋਈ ਗੁਨਾਹ ਹੋਵੇ ਨਾ, ਤੇ ਉਹਦਾ ਗੁਨਾਹ ਦੇਖ ਕੇ ਉਹਨੂੰ ਕਿਹਾ ਜਾਂਦਾ ਕਿ ਤੂੰ ਪਾਪੀ ਹੈ। ਪਰ ਜਿਹੜਾ ਹੋਵੇ ਗੁਨਾਹਾਂ ਨਾਲ ਭਰਿਆ, ਉਹਨੂੰ ਕਿਹਾ ਜਾਂਦਾ ਗੁਨਾਹਾਂ ਦੀ ਖਾਨ, ਪਾਪਾਂ ਦੀ ਖਾਨ। ਮਹਾਰਾਜ ਕਹਿਣ ਲੱਗੇ, ਐ ਦੁਰਮਤੀਏ, ਖੋਟੀ ਮੱਤ ਵਾਲਿਆ, ਤੂੰ ਤਾਂ ਪਾਪਾਂ ਦੀ ਖਾਨ ਹੈ। ਬਣਿਓ ਵੈਸ਼ਨੋ ਵੇਖ ਮਹਾਨ। ਆਪਣੇ ਤਨ ਦੇ ਉੱਤੇ ਵੈਸ਼ਨੋਆਂ ਵਾਲਾ, ਧਰਮੀਆਂ ਵਾਲਾ, ਸੰਤਾਂ ਵਾਲਾ ਲਿਬਾਸ ਧਾਰਨ ਕਰਕੇ ਬੈਠਾ ਹੈ। ਬਾਹਰ ਸੁਦਾ ਬੀਚ ਬਿਖ ਪੂਰੀ। ਬਾਹਰੋਂ ਤਾਂ ਅੰਮ੍ਰਿਤ ਲੱਗ ਰਿਹਾ ਹੈ, ਵਿੱਚੋਂ ਤਾਂ ਜ਼ਹਿਰ ਨਾਲ ਭਰਿਆ ਹੈ। ਇੱਥੇ ਪਾਤਸ਼ਾਹ ਜੀ ਦੇ ਬਚਨ ਬਾਣੀ ਅੰਦਰ ਪੜ੍ਹਦੇ ਹਾਂ ਕਿ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ। ਅੰਦਰ ਤਾਂ ਜ਼ਹਿਰ ਨਾਲ ਭਰਿਆ ਹੋਇਆ। ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ। ਉਹ ਬਗਲਾ ਤੀਰਥਾਂ ਤੇ ਜਾ ਕੇ ਬਹਿੰਦਾ ਏ, ਬਾਹਰੋਂ ਚਿੱਟਾ ਹੈ। ਮੱਛੀਆਂ ਦੇਖ ਕੇ ਭੁਲੇਖਾ ਖਾ ਜਾਂਦੀਆਂ ਨੇ ਕਿਤੇ ਹੰਸ ਬੈਠਾ ਹੈ, ਪਰ ਜਦ ਕੋਲ ਆਉਂਦੀਆਂ ਨੇ ਅੱਖਾਂ ਬੰਦ ਕਰਕੇ ਇੱਕ ਪੈਰ ਦੇ ਉੱਤੇ ਖੜ ਕੇ ਇਹ ਦੱਸਦਾ ਕਿ ਮੈਂ ਸਮਾਧੀ ਲਾ ਕੇ ਬੈਠਾ। ਪਰ ਜਦ ਕੋਲੋਂ ਮੱਛੀਆਂ ਲੰਘਦੀਆਂ ਨੇ ਤੇ ਝਪਟ ਮਾਰ ਕੇ ਮੱਛੀ ਖਾ ਕੇ ਫਿਰ ਉਸੇ ਤਰ੍ਹਾਂ ਹੀ ਖਲੋ ਜਾਂਦਾ। ਇਸੇ ਤਰ੍ਹਾਂ ਗੁਰਦੇਵ ਕਹਿੰਦੇ, ਐ ਖੋਟੀ ਮੱਤ ਵਾਲਿਆ, ਪਾਪਾਂ ਦੀ ਖਾਨ, ਤੇਰੀ ਮੱਤ ਤਾਂ ਪਾਪਾਂ ਨਾਲ ਭਿੱਜੀ ਹੋਈ ਹੈ। ਬਾਹਰੋਂ ਤਾਂ ਤੂੰ ਅੰਮ੍ਰਿਤ ਦਿਖਾ ਰਿਹਾ ਹੈ, ਧਰਮੀਆਂ ਵਾਲਾ ਲਿਬਾਸ ਧਾਰਨ ਕਰਕੇ, ਪਰ ਅੰਦਰ ਤੇਰਾ ਤੇ ਜ਼ਹਿਰ ਨਾਲ ਭਰਿਆ ਹੈ। ਗਹਿ ਕੈ ਜਮਨ ਦੇਵੈ ਦੁਖ ਭੂਰੀ। ਇੱਥੋਂ ਤਾਂ ਤੂੰ ਬਚ ਜਾਵੇਂਗਾ, ਪਰ ਜਿੱਥੈ ਲੇਖਾ ਮੰਗੀ ਹੈ ਤਿੱਥੈ ਖੜੇ ਦਸਨ। ਜਿਹੜੇ ਕਰਮ ਤੂੰ ਕੀਤੇ ਨੇ ਨਾ, ਫਿਰ ਜਿੱਦਾਂ ਦੇ ਤੂੰ ਕਰਮ ਕਰਕੇ ਜਾਵੇਂਗਾ ਪਰਲੋਕ ਵਿੱਚ ਦਰਗਾਹ ਦੇ ਵਿੱਚ ਉੱਥੇ ਲੇਖਾ ਲਿਆ ਜਾਵੇਗਾ। ਫਿਰ ਇਹਨਾਂ ਪਾਪਾਂ ਦਾ, ਇਹਨਾਂ ਕੀਤੇ ਕਰਮਾਂ ਦਾ ਤੇਰੇ ਤੋਂ ਦਰਗਾਹ ਦੇ ਵਿੱਚ ਹਿਸਾਬ ਮੰਗਿਆ ਜਾਵੇਗਾ। ਤੇ ਜਿਹੜੇ ਜਮ ਨੇ ਉਹ ਤੈਨੂੰ ਫੜ ਕੇ ਇਹਨਾਂ ਗੁਨਾਹਾਂ ਦੀ ਸਜ਼ਾਵਾਂ ਦੇਣਗੇ। ਜਬ ਜੰਜੀਰ ਤੋਹੇ ਕਰ ਪਾਵੈ। ਐ ਸੱਜਣ, ਜਦੋਂ ਜਮ ਤੇਰੇ ਗਲ ਦੇ ਵਿੱਚ ਜੰਜੀਰਾਂ ਸੰਗਲਾਂ ਪਾਉਣਗੇ, ਹੋਏ ਉਸ਼ਾਸਨਾ ਕੌਣ ਛੁਟਾਵੈ। ਤੇ ਤੈਨੂੰ ਉੱਥੇ ਭਾਰੀ ਸਜ਼ਾਵਾਂ ਦੇਣਗੇ। ਇਹ ਦੱਸ ਕੇ ਫਿਰ ਤੈਨੂੰ ਉੱਥੇ ਛਡਾਵੇਗਾ ਕੌਣ। ਇੱਥੇ ਤਾਂ ਮਨੁੱਖ ਬੜੇ ਸਹਾਰੇ ਭਾਲ ਲੈਂਦਾ ਹੈ ਕਿ ਮੇਰੇ ਨਾਲ ਫਲਾਣੇ ਮਿੱਤਰ ਹਨ, ਮੇਰੀ ਫਲਾਣੀ ਜਗ੍ਹਾ ਪਹੁੰਚ ਹੈ, ਉਹ ਮੇਰੀ ਰੱਖਿਆ ਕਰਨਗੇ। ਪਰ ਜਦੋਂ ਜੀਵ ਜਮਾਂ ਦੇ ਵਸ ਪੈਂਦਾ ਹੈ, ਉੱਥੇ ਕੌਣ ਰੱਖਿਆ ਕਰੇਗਾ। ਉੱਥੇ ਤਾਂ ਕੀਤੇ ਕਰਮ ਹੀ ਜਿਹੜੇ ਨੇ ਉਹ ਸਹਾਈ ਹੁੰਦੇ ਨੇ। ਪਾਤਸ਼ਾਹ ਕਹਿੰਦੇ ਨੇ, ਗਹਿ ਕੈ ਜਮ ਦੇਵੈ ਦੁੱਖ ਭੂਰੀ। ਉੱਥੇ ਫਿਰ ਜਮ ਤੈਨੂੰ ਬਹੁਤਾ ਦੁੱਖ ਦੇਣਗੇ, ਤੇਰੇ ਗਲੇ ਦੇ ਵਿੱਚ ਸੰਗਲਾਂ ਪਾਉਣਗੇ,
ਤੈਨੂੰ ਸਜ਼ਾਵਾਂ ਦੇਣਗੇ, ਤੈਨੂੰ ਛਡਾਵੇਗਾ ਕੌਣ? ਦੁਸ਼ਟ ਕਰਤ ਤਨ ਜੋ ਇਕ ਥਾਏ, ਜੋ ਤੂੰ ਦੁਸ਼ਟਪੁਣਾ ਕਰਕੇ ਪਾਪ ਕਰਕੇ ਧਨ ਇਕੱਠਾ ਕੀਤਾ ਹੈ। ਕਾਜ ਨ ਆਵੈ ਜਬ ਬਿਲ ਲਾਏ। ਗੁਰਦੇਵ ਕਹਿੰਦੇ ਹਨ, ਕਾਜ ਨ ਆਵੈ ਜਬ ਬਿਲ ਲਾਏ। ਜਦੋਂ ਤੂੰ ਬਿਰਲਾਪ ਕਰੇਗਾ ਨਾ, ਜਮਾਂ ਦੇ ਵਸ ਪਿਆ ਉੱਥੇ ਹਾਏ ਹਾਏ ਪਿਆ ਕਰਦਾ ਹੋਵੇਂਗਾ। ਪਾਪ ਕਰੇ ਅੰਦੜ ਸਰਪਰ ਮੁੱਠੇ, ਅਜਰਾਈਲ ਫੜੇ ਫੜ ਕੁੱਠੇ, ਦੋਜਕ ਪਾਏ ਸਿਰਜਣਹਾਰੈ, ਲੇਖਾ ਮੰਗੈ ਬਾਣੀ। ਪਾਪੀ ਕਰਮ ਕਮਾਵਦੇ ਘਰ ਦੇ ਹਾਏ ਹਾਏ, ਜਦ ਜਮਾਂ ਦੇ ਵਸ ਪਿਆ ਹਾਏ ਹਾਏ ਕਰੇਗਾ। ਦੱਸ ਜਿਨ੍ਹਾਂ ਕਰਕੇ ਪਾਪ ਕਰ ਰਿਹਾ ਤੇਰੇ ਸਹਾਈ ਹੋਣਗੇ, ਤੇਰੀ ਸਹਾਇਤਾ ਕਰਨਗੇ ਕੀ ਤੈਨੂੰ ਉੱਥੇ ਜਮਾ ਤੋਂ ਛਡਾਉਣਗੇ? ਸੁਤ ਬਣਤਾ ਸੰਬੰਧੀ ਜੋਏ। ਜਿੰਨੇ ਵੀ ਤੂੰ ਸੰਬੰਧੀ ਆਪਣੇ ਦੇਖ ਰਿਹਾ ਹੈ, ਤੇਰੀ ਘਰਵਾਲੀ ਹੈ, ਤੇਰੇ ਬੱਚੇ ਹਨ, ਜਿੰਨੇ ਵੀ ਹੋਰ ਤੇਰੇ ਰਿਸ਼ਤੇਦਾਰ ਸਾਕ ਸੰਬੰਧੀ ਹਨ, ਕੋਏ ਨ ਤੋਹੇ ਸਹਾਈ ਹੋਏ। ਜਮਾਂ ਦੇ ਵਸ ਪਿਆ ਤੇਰੀ ਸਹਾਇਤਾ ਇਹਨਾਂ ਵਿੱਚੋਂ ਕਿਸੇ ਨੇ ਨਹੀਂ ਕਰਨੀ। ਜਿਨ੍ਹਾਂ ਕਰਕੇ ਤੂੰ ਪਾਪ ਪਿਆ ਕਰਦਾ ਹੈ, ਬਹੁ ਪਰਪੰਚ ਕਰ ਪਰ ਧਨ ਲਿਆਵੇ। ਬੜੇ ਯਤਨਾਂ ਦੇ ਨਾਲ, ਬੜੀਆਂ ਠੱਗੀਆਂ ਮਾਰ ਕੇ, ਇੱਥੇ ਤਾਂ ਲੋਕਾਂ ਨੂੰ ਖਤਮ ਕਰਕੇ, ਗੁਰੂ ਸਾਹਿਬ ਜੀ ਦੇ ਬਚਨ ਬਾਣੀ ਅੰਦਰ ਪੜ੍ਹਦੇ ਹਾਂ, ਡਾਲਾ ਸਿਉ ਪੇਡਾ ਗਟਕਾਵੇ। ਐਸੇ ਸੰਤ ਬਣ ਕੇ ਧਰਮੀਆਂ ਵਾਲਾ ਲਿਬਾਸ ਪਾ ਕੇ ਬੈਠਾ ਏ, ਤੇ ਜਿਹੜੇ ਪੇੜ ਹਨ ਟਾਹਣੀਆਂ ਦੇ ਸਮੇਤ ਹੀ ਖਾ ਜਾਂਦੇ ਹਨ ਤੇਰੇ ਵਰਗੇ। ਦੱਸ ਫਿਰ ਜਿਨ੍ਹਾਂ ਕਰਕੇ ਪਾਪ ਪਿਆ ਕਰਦਾ ਏ, ਉਹ ਇਸਤਰੀ, ਉਹ ਬੱਚੇ ਤੇਰੀ ਉੱਥੇ ਜਮਾਂ ਦੇ ਵਸ ਪਏ, ਕੀ ਸਹਾਇਤਾ ਕਰਨਗੇ? ਪਾਵਹਿ ਪੀਰ ਪਰਿਓ ਚਿਰਕਾਲਾ। ਲੰਮਾ ਸਮਾਂ ਉਹਨਾਂ ਦੇ ਵਸ ਪਿਆ, ਬਹੁਤੀ ਪੀੜ ਪਾਵੇਂਗਾ। ਜਦੋਂ ਜਮ ਸਜ਼ਾਵਾਂ ਦੇਣਗੇ, ਫਿਰ ਜੂਨਾਂ ਦੇ ਵਿੱਚ ਪਾਉਣਗੇ ਕੀਤੇ ਹੋ ਕਰਮਾਂ ਤੋਂ ਬਾਅਦ, ਤੇ ਜੂਨਾਂ ਦੇ ਵਿੱਚ ਪੈ ਕੇ ਵੀ ਤਾਂ ਉਹ ਜਿਹੜੇ ਜੀਵ ਨੇ ਫਿਰ ਸਜ਼ਾਵਾਂ ਭੋਗਦੇ ਹਨ। ਕਈ ਕਈ ਸਾਲ ਗੁਰਦੇਵ ਕਹਿੰਦੇ ਹਨ, ਕਈ ਜਨਮ ਸੈਲ ਗਿਰ ਕਰਿਆ। ਸੈਲ ਨਾਮ ਪੱਥਰਾਂ ਦਾ ਹੈ, ਗਿਰ ਨਾਮ ਪਹਾੜਾਂ ਦਾ ਹੈ। ਪੱਥਰ ਬਣ ਕੇ ਪਿਆ ਰਹਿਣਾ, ਪਹਾੜ ਬਣ ਕੇ ਖਲੋਤੇ ਰਹਿਣਾ, ਤੇ ਕਈ ਕਈ ਯੁੱਗ ਫਿਰ ਉੱਥੇ ਸਜ਼ਾਵਾਂ ਪਾਉਂਦੇ ਹਨ। ਫਲ ਪਾਪਨ ਕੋ ਹੋਏ ਵਿਸਾਲਾ। ਇਹ ਜਿਹੜੇ ਵੱਡੇ ਪਾਪ ਕੀਤੇ ਨੇ, ਇਹਨਾਂ ਦਾ ਫਿਰ ਹਿਸਾਬ ਉੱਥੇ ਲਿਆ ਜਾਵੇਗਾ। ਦਰਸ਼ਨ ਕਰ ਸੁਨ ਬਚਨ ਭਿਆਨੇ। ਸੰਗਤ ਜੀ, ਜਦੋਂ ਇਸ ਸੱਜਣ ਠੱਗ ਨੇ ਪੂਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨ ਕੀਤੇ ਨਾ, ਤੇ ਜਦੋਂ ਇਹ ਭੈਦਾਇਕ ਬਚਨ ਗੁਰਦੇਵ ਦੇ ਮੁਖਾਰਬਿੰਦ ਤੋਂ ਸੁਣੇ ਹਨ। ਕਈ ਵਾਰੀ ਮਨੁੱਖ ਕਿਸੇ ਕੋਲੋਂ ਗੱਲ ਸੁਣਦਾ ਹੈ, ਕਥਾ ਤੇ ਆਪਾਂ ਵੀ ਕਰਦੇ ਹਾਂ, ਸੁਣਦੇ ਹਾਂ, ਪਰ ਹਲੇ ਤੱਕ ਸਾਡਾ ਮਨ ਮੰਨਣ ਨੂੰ ਤਿਆਰ ਨਹੀਂ। ਪਰ ਜਿੱਥੇ ਉਹ ਬਾਣੀ ਦੇ ਰਚਨਹਾਰ ਆਪ ਨਾਰਾਇਣ ਕਲਾ ਧਾਰ, ਜਦੋਂ ਉਹਨਾਂ ਸਤਿਗੁਰਾਂ ਨੇ ਬਚਨ ਕੀਤੇ ਨੇ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ, ਐਸੇ ਬਚਨਾਂ ਰੂਪੀ ਤੀਰ ਜਿਹੜੇ ਸਨ, ਉਹ ਸੱਜਣ ਠੱਗ ਦੇ ਹਿਰਦੇ ਨੂੰ ਵਿੰਨ ਗਏ। ਇਹ ਬਚਨ ਗੁਰਦੇਵ ਦੇ ਮੁਖਾਰਬਿੰਦ ਤੋਂ ਸੁਣੇ ਹਨ। ਮਨ ਸੱਜਣ ਪੈ ਭਇਓ ਮਹਾਨੇ। ਤੇ ਜਿਹੜਾ ਸੱਜਣ ਠੱਗ ਦਾ ਜਿਹੜਾ ਮਨ ਸੀ, ਉਹ ਬਹੁਤੇ ਭੈ ਦੇ ਸਹਿਤ ਹੋ ਗਿਆ। ਕਿਉਂਕਿ ਗੁਰੂ ਸਾਹਿਬ ਨੇ ਜਦੋਂ ਬਚਨ ਸੁਣਾਏ ਨੇ ਕਿ ਪਰਲੋਕ ਦੇ ਵਿੱਚ ਦਰਗਾਹ ਦੇ ਵਿੱਚ ਲਿਖਿਆ ਲਿਆ ਜਾਵੇਗਾ, ਜਮ ਗਲਾਂ ਵਿੱਚ ਸੰਗਲਾਂ ਪਾ ਕੇ ਭਾਰੀ ਸਜ਼ਾਵਾਂ ਦੇਣਗੇ। ਇੱਕ ਇੱਕ ਕਰਮ ਦਾ ਹਿਸਾਬ ਉੱਥੇ ਲਿਆ ਜਾਣਾ ਹੈ। 100 ਉਲਾਮੇ ਦਿਨੇ ਦੇ, ਰਾਤੀ ਮਿਲਣ ਸਹੰਸ। 100 ਦਿਨ ਦੇ ਤੇ ਰਾਤ ਦੇ ਹਜ਼ਾਰਾਂ। 1100 ਉਲਾਂਬਾ ਹਰ ਰੋਜ਼ ਦਾ ਬਣਦਾ ਹੈ। ਹਜ਼ਾਰਾਂ ਉਲਾਂਬੇ ਰਾਤ ਦੇ, ਤੇ ਦਿਨ ਦੇ 100 ਉਲਾਂਬੇ। ਇੱਕ ਇੱਕ ਕਰਮ ਦਾ ਹਿਸਾਬ ਉੱਥੇ ਲਿਆ ਜਾਣਾ। ਇਹ ਜਦੋਂ ਭੈਦਾਇਕ ਬਚਨ ਸੱਜਣ ਠੱਗ ਨੇ ਗੁਰੂ ਸਾਹਿਬ ਦੇ ਮੁਖ ਤੋਂ ਸੁਣੇ ਹਨ, ਹੋਇ ਅਧੀਨ ਪਾਇਨ ਲਪਟਾਇਓ। ਇਹਦਾ ਮਨ ਗੁਰੂ ਸਾਹਿਬ ਦੇ ਬਚਨਾਂ ਦੇ ਅਨੁਸਾਰ ਹੀ ਹੋ ਗਿਆ। ਐਸੀ ਦਰਸ਼ਨਾਂ ਦੇ ਨਾਲ ਇਹਦੀ ਬਿਰਤੀ ਜਿਹੜੀ ਸੀ, ਉਹ ਸੰਗਤ ਜੀ ਹੌਲੀ ਹੌਲੀ ਸਿੱਧੇ ਪਾਸੇ ਆਉਂਦੀ ਗਈ, ਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਨਾਲ, ਚਰਨਾਂ ਦੇ ਉੱਤੇ ਨੇ ਆਪਣਾ ਸਿਰ ਰੱਖ ਦਿੱਤਾ। ਹਾਥ ਜੋੜ ਕਰ ਬਚਨ ਅਲਾਇਓ। ਹੱਥ ਜੋੜ ਕੇ ਸੱਜਣ ਠੱਗ ਸਤਿਗੁਰਾਂ ਨੂੰ ਕਹਿਣ ਲੱਗਾ, ਕਲ ਮਲ ਕੀਨੇ ਮੈਂ ਅਤ ਭਾਰੀ। ਕਹਿਣ ਲੱਗਾ, ਮਹਾਰਾਜ ਮੈਂ ਬਹੁਤ ਭਾਰੀ ਪਾਪ ਕੀਤੇ। ਪਾਪ ਤਾਂ ਅਸੀਂ ਵੀ ਕਰਦੇ ਹਾਂ, ਪਰ ਮਨ ਮੰਨਣ ਨੂੰ ਤਿਆਰ ਨਹੀਂ ਹੁੰਦਾ। ਛੁਟਕਾਰਾ ਤੇ ਉਦੋਂ ਹੁੰਦਾ ਹੈ ਜਦੋਂ ਬੰਦੇ ਨੂੰ ਕੀਤੇ ਹੋ ਕਰਮਾਂ ਦਾ ਅਹਿਸਾਸ ਹੋਵੇ, ਤੇ ਅੱਗੇ ਵਾਸਤੇ ਉਹਨਾਂ ਤੋਂ ਤੌਬਾ ਕੀਤੀ ਜਾਵੇ। ਇਹ ਸੱਜਣ ਠੱਗ ਕਹਿਣ ਲੱਗਾ, ਮਹਾਰਾਜ ਮੈਂ ਤਾਂ ਬਹੁਤ ਭਾਰੀ ਪਾਪ ਕੀਤੇ ਨੇ। ਅਬ ਰਾਖੋ ਹਉ ਸ਼ਰਨ ਤੁਮਾਰੀ। ਮਹਾਰਾਜ ਮੈਨੂੰ ਹੁਣ ਰੱਖਣ ਵਾਲਾ ਕੋਈ ਨਹੀਂ। ਆਪ ਜੀ ਕਿਰਪਾਲੂ ਹੋ, ਸੰਤ ਜਨ ਹੋ,
ਮੈਂ ਮਨ ਕਰਕੇ ਤੁਹਾਡੀ ਸ਼ਰਨ ਪਿਆ ਹਾਂ ਤੇ ਮੈਨੂੰ ਕਿਰਪਾ ਕਰਕੇ ਰੱਖ ਲਓ। ਸੰਤ ਬਿਰਧ ਸਦ ਹੀ ਉਪਕਾਰੀ, ਸੰਤਾਂ ਦਾ ਤੇ ਸੁਭਾਅ ਹੁੰਦਾ ਹੈ, ਸੰਤ ਸਦਾ ਪਰਉਪਕਾਰੀ ਹੁੰਦੇ ਨੇ। ਰਾਵਰ ਮਿਲਤ ਭਈ ਸੁਧ ਸਾਰੀ, ਮਹਾਰਾਜ ਮੈਨੂੰ ਤਾਂ ਸੁੱਧ ਹੀ ਨਹੀਂ ਸੀ, ਖਬਰ ਹੀ ਨਹੀਂ ਸੀ। ਮੈਂ ਜਿਹੜੇ ਪਾਪ ਕਰ ਰਿਹਾ ਸੀ, ਹਲੇ ਤੱਕ ਮੈਨੂੰ ਇਹਨਾਂ ਕਰਮਾਂ ਦਾ ਕਿਸੇ ਨੇ ਅਹਿਸਾਸ ਹੀ ਨਹੀਂ ਕਰਾਇਆ। ਆਪ ਜੀ ਦੇ ਮਿਲਣ ਦੇ ਨਾਲ ਮੈਨੂੰ ਅਹਿਸਾਸ ਹੋਇਆ, ਮੈਨੂੰ ਖਬਰ ਹੋਈ ਹੈ ਕਿ ਮੈਨੂੰ ਮਨੁੱਖਾ ਜਨਮ ਮਿਲਿਆ ਤੇ ਕਰ ਕੀ ਰਿਹਾ ਤੇ ਕਰਨਾ ਕੀ ਚਾਹੀਦਾ ਹੈ। ਗੁਰ ਕਹਿ ਪਾਪ ਕਰਨ ਤਜ ਦੇਈ, ਸਤਿਗੁਰੂ ਜੀ ਕਹਿਣ ਲੱਗੇ, ਸੱਜਣ ਜੇ ਤੂੰ ਤੌਬਾ ਕਰੇ, ਜੇ ਤੂੰ ਅੱਜ ਤੋਂ ਬਾਅਦ ਪ੍ਰਣ ਕਰੇ ਕਿ ਜਿਹੜੇ ਪਾਪ ਤੂੰ ਅੱਜ ਤੱਕ ਕੀਤੇ ਨੇ, ਅਗਾਂਹ ਤੋਂ ਪ੍ਰਣ ਕਰਕੇ ਜੇ ਤੂੰ ਪਾਪਾਂ ਨੂੰ ਕਰਨ ਨੂੰ ਤਿਆਗਦਾ ਹੈ, ਤਉ ਕਰੁਣਾ ਕਰਤਾਰ ਕਰੇਈ। ਫਿਰ ਤੇਰੇ ਉੱਤੇ ਕਰਤਾਰ ਪ੍ਰਭੂ ਦੀ ਕਿਰਪਾ ਹੋਵੇਗੀ, ਕਿਉਂਕਿ ਉਹ ਪਰਮਾਤਮਾ ਤੇ ਕਿਰਪਾਲੂ ਹੈ ਨਾ। ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇਤੇ। ਰਾਮਈਆ ਹਉ ਬਾਰਕ ਤੇਰਾ, ਕਾਹੇ ਨ ਖੰਡ ਸਭ ਗੁਣ ਮੇਰਾ। ਇੱਥੇ ਤਾਂ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ। ਕੋਟ ਅਪਰਾਧ ਭਰੇ, ਇੱਕ ਨਹੀਂ ਕਰੋੜਾਂ ਅਪਰਾਧਾਂ ਨਾਲ ਭਰੇ ਹੋਏ ਆ, ਪਰ ਜਿੱਦਣ ਅਹਿਸਾਸ ਹੋ ਗਿਆ ਉਦਣ ਸੱਜਣ ਠੱਗ ਵਰਗਿਆਂ ਨੂੰ ਵੀ ਪਾਤਸ਼ਾਹ ਨੇ ਬਚਨ ਕਹਿ ਦਿੱਤੇ ਕਿ ਜੇ ਤੂੰ ਇਹ ਪਾਪਾਂ ਨੂੰ ਤਿਆਗ ਕੇ ਪਾਪ ਕਰਨ ਤਜ ਦੇਈ, ਗੁਰ ਕੈ ਪਾਪ ਕਰਨ ਤਜ ਦੇਈ, ਤਉ ਕਰਨਾ ਕਰਤਾਰ ਕਰੇਈ। ਜੇ ਤੂੰ ਪਾਪ ਹੀ ਤਿਆਗ ਦੇ ਤੇ ਤੇਰੇ ਤੇ ਕਰਤਾਰ ਦੀ ਪ੍ਰਭੂ ਦੀ ਕਿਰਪਾ ਹੋਵੇਗੀ। ਸਤਨਾਮ ਸਿਮਰੋ ਲਿਵ ਲਾਈ, ਆਪਣੀ ਲਿਵ ਨੂੰ ਜੋੜ ਕੇ ਪਰਮਾਤਮਾ ਦੇ ਚਰਨਾਂ ਵਿੱਚ ਸੁਰ ਤੇ ਕਾਗਰ ਕਰਕੇ ਉਹਦਾ ਨਾਮ ਜਪ। ਭਲੋ ਜੀ ਕੋ ਹੋਏ ਸੁਖ ਪਾਈ, ਮਹਾਰਾਜ ਕਹਿੰਦੇ ਤੇਰੀ ਜਿੰਦ ਦਾ ਭਲਾ ਹੋਵੇਗਾ, ਫਿਰ ਤੂੰ ਆਤਮਾ ਕਰਕੇ ਸੁਖ ਪਾਵੇਂਗਾ। ਦੋਹਰਾ ਅਬ ਨਾ ਅਗਾਰੀ ਹਉ ਕਰੋ, ਅੱਗੋਂ ਤੋਂ ਪ੍ਰਣ ਕੀਤਾ ਇਸ ਸੱਜਣ ਨੇ, ਕਹਿਣ ਲੱਗਾ, ਮਹਾਰਾਜ ਕਬ ਨਾ ਅਗਾਰੀ ਹਉ ਕਰੋ। ਮਹਾਰਾਜ ਮੈਂ ਹੁਣ ਅੱਗੇ ਤੋਂ ਕੋਈ ਅਪਰਾਧ ਐਸਾ ਨਹੀਂ ਕਰਾਂਗਾ। ਪਿਛਲੇ ਬਖਸ਼ੋ ਪਾਪ, ਸਤਿਗੁਰੂ ਆਪ ਕਿਰਪਾਲੂ ਹੋ ਨਾ, ਕਿਰਪਾ ਕਰੋ ਤੇ ਮੇਰੇ ਪਿਛਲੇ ਗੁਨਾਹ ਬਖਸ਼ ਦਿਓ। ਮੈਂ ਤਾਂ ਗੁਨਾਹਾਂ ਨਾਲ ਪਾਪਾਂ ਨਾਲ ਭਰਿਆ ਹਾਂ। ਇੱਥੇ ਤਾਂ ਪਾਤਸ਼ਾਹ ਬਾਣੀ ਵਿੱਚ ਸਾਨੂੰ ਸਮਝਾਉਂਦੇ ਨੇ ਕਿ ਹਲੇ ਵੀ ਸੁੱਤਾ ਮਨ ਜਗਾ, ਜਾਗ ਲਿਹੋ ਰੇ ਮਨ ਜਾਗਨ ਹਾਰ। ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਹੁਣ ਵੀ ਸਮਾਂ ਹੈ, ਅਜਹੂ ਸਮਝ ਕੱਛ ਬਿਗੜਿਓ ਨਾਹਿਨ, ਭਜ ਲੈ ਨਾਮ ਮੁਰਾਰ। ਜੇ ਹੁਣ ਵੀ ਤੂੰ ਸਮਝਦਾ ਜਾਵੇਂ ਤਾਂ ਫਿਰ ਵੀ ਇਹ ਮਨੁੱਖਾ ਜਨਮ ਦੀ ਬਾਜੀ ਜਿੱਤ ਸਕਦਾ ਹੈ। ਇੱਥੇ ਕਹਿਣ ਲੱਗਾ, ਮਹਾਰਾਜ ਜਿਹੜੇ ਮੈਂ ਪਿਛਲੇ ਗੁਨਾਹ ਕੀਤੇ ਨੇ, ਕਿਰਪਾ ਕਰਕੇ ਉਹ ਬਖਸ਼ ਦਓ। ਉਪਦੇਸ਼ੋ ਸਿੱਖ ਕੀਜੀਏ, ਆਪਣਾ ਉਪਦੇਸ਼ ਦੇ ਕੇ ਮੈਨੂੰ ਆਪਣਾ ਸਿੱਖ ਬਣਾ ਲਓ। ਦੇਹੋ ਨਾਮ ਕੋ ਜਾਪ, ਆਪਣੇ ਨਾਮ ਦਾ ਜਾਪ ਮੇਰੇ ਤਾਈਂ ਬਖਸ਼ੋ। ਚਉਪਈ ਮੋਰ ਕਰਮ ਕਰ ਇਤ ਤੁਮ ਆਏ, ਮਹਾਰਾਜ ਮੋਰ ਕਰਮ ਕਰ ਇਤ ਤੁਮ ਆਏ। ਮੇਰਾ ਕੋਈ ਕਰਮ ਜਾਗਿਆ, ਮੇਰੇ ਤੇ ਤੁਸੀਂ ਕਿਰਪਾ ਕਰਨ ਵਾਸਤੇ ਇੱਧਰ ਆਏ ਹੋ। ਕਹਿਓ ਰਹਿਓ ਚਰਨ ਲਪਟਾਏ, ਇਹ ਬਚਨ ਕਹਿ ਕੇ ਸੱਜਣ ਠੱਗ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਪੈ ਗਿਆ। ਕਿਰਪਾ ਧਾਰ ਗੁਰ ਬਚਨ ਉਚਾਰਾ, ਕਿਰਪਾ ਦੇ ਖਜ਼ਾਨੇ ਸਤਿਗੁਰਾਂ ਨੇ ਮਿਹਰ ਕੀਤੀ। ਮਿਹਰਾਂ ਦੇ ਸਾਈਂ ਮਿਹਰ ਦੇ ਘਰ ਵਿੱਚ ਆਏ ਤੇ ਗੁਰੂ ਜੀ ਨੇ ਬਚਨ ਕੀਤਾ, ਇਹੋ ਮਿਰਾਸੀ ਗੁਰੂ ਤੁਮਾਰਾ। ਗੁਰਦੇਵ ਕਹਿਣ ਲੱਗੇ, ਸੱਜਣ ਇਹੋ ਮਿਰਾਸੀ ਗੁਰੂ ਤੁਮਾਰਾ। ਜਿਹਦੇ ਕਾਰਨ ਕਰਕੇ ਤੈਨੂੰ ਇਹ ਗਿਆਨ ਹੋਇਆ, ਜਿਹਦੇ ਕਰਕੇ ਤੇਰੀ ਬੰਦ ਖਲਾਸੀ ਹੋਈ, ਉਹ ਤਾਂ ਭਾਈ ਸ਼ਹਿਜ਼ਾਦਾ ਹੈ ਨਾ। ਤੇ ਗੁਰਦੇਵ ਕਹਿਣ ਲੱਗੇ, ਇਹੋ ਹੀ ਤੇਰਾ ਗੁਰੂ ਹੈ। ਇਸਕੇ ਮਾਨੇ ਭਲਾ ਜਨੀਜਾ, ਜੇ ਇਹਨੂੰ ਤੂੰ ਆਪਣਾ ਗੁਰੂ ਮੰਨੇ ਤੇ ਇਹਦੇ ਵਿੱਚ ਹੀ ਤੇਰਾ ਭਲਾ ਹੋਵੇਗਾ। ਕਰਨੇ ਪਾਪ ਸਰਬ ਤਜ ਦੀਜਾ, ਸਾਰੇ ਪਾਪ ਅੱਗੇ ਤੋਂ ਕਰਨ ਤੋਂ ਤਿਆਗ ਦੇ। ਸ਼ਹਿਜ਼ਾਦੇ ਕੋ ਬੰਧਨ ਕਰੀ, ਤੇ ਭਾਈ ਸ਼ਹਿਜ਼ਾਦੇ ਦੇ ਤਾਈਂ ਸੱਜਣ ਠੱਗ ਨੇ ਨਮਸਕਾਰ ਕੀਤੀ। ਜਿਹੜਾ ਗੁਰੂ ਦੇ ਚਰਨਾਂ ਨਾਲ ਲੱਗਾ ਹੋਵੇ, ਸਤਿਗੁਰੂ ਦੀ ਪੂਜਾ ਵੀ ਕਰਾ ਦਿੰਦੇ। ਭਾਈ ਸ਼ਹਿਜ਼ਾਦੇ ਦੇ ਚਰਨੀ ਭਾਈ ਇਸ ਸੱਜਣ ਠੱਗ ਨੂੰ ਪਾ ਦਿੱਤਾ। ਜਿਹੜਾ ਸੱਜਣ ਠੱਗ ਸੀ, ਇਹਨੂੰ ਸੁਧਾਰ ਕਰਕੇ ਇਹਦਾ ਜਨਮ ਸਫਲ ਕਰਕੇ ਇਹਨੂੰ ਵੀ ਸੰਤ ਬਣਾ ਦਿੱਤਾ। ਮਹਾਰਾਜ ਕਹਿਣ ਲੱਗੇ, ਇਹ ਭਾਈ ਸ਼ਹਿਜ਼ਾਦਾ ਹੀ ਤੇਰਾ ਗੁਰੂ ਹੈ। ਜੇ ਇਹਦੇ ਚਰਨਾਂ ਤੇ ਸਿਰ ਰੱਖ ਦੇ ਤੇ ਤੇਰਾ ਭਲਾ ਹੋਵੇਗਾ। ਸੱਜਣ ਭਾ ਨਿਹਾਲ ਤੇ ਘਰੀ, ਸੱਜਣ ਨੇ ਸੁਣ ਕੇ ਮਹਾਰਾਜ ਜੀਆਂ ਦਾ ਬਚਨ ਤੇ ਭਾਈ ਸ਼ਹਿਜ਼ਾਦੇ ਨੂੰ ਨਮਸਕਾਰ ਕੀਤੀ ਹੈ। ਐਸੀ ਬਖਸ਼ਿਸ਼ ਗੁਰਾਂ ਨੇ ਕਰ ਦਿੱਤੀ, ਨਿਹਾਲ 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 ਹੋ ਗਿਆ। ਗੁਰ ਕਹੈ ਸਦਨ ਪਾਪ ਧਨ ਜੋ, ਗੁਰਦੇਵ ਕਹਿਣ ਲੱਗੇ, ਸੱਜਣ
ਆ ਪਾਪ ਕਰਕੇ ਜਿਹੜਾ ਤੂੰ ਘਰ ਵਿੱਚ ਧਨ ਇਕੱਠਾ ਕੀਤਾ ਹੈ, ਅਬ ਲੁਟਾਏ ਦੀਜੈ ਸਭ ਸੋਊ। ਹੁਣ ਇਹ ਸਾਰਾ ਧਨ ਗਰੀਬਾਂ ਦੇ ਵਿੱਚ ਲੁਟਾ ਦੇ, ਉਹਨਾਂ ਵਿੱਚ ਵੰਡ ਦੇ। ਮਾਨਿਓ ਬਚਨ ਨਿਕਟ ਜੋ ਦਰਬਾ। ਗੁਰੂ ਸਾਹਿਬ ਜੀ ਦਾ ਬਚਨ ਮੰਨ ਕੇ ਜਿੰਨਾ ਇਸ ਨੇ ਪਾਪ ਦੀ ਕਮਾਈ ਦੇ ਨਾਲ ਜਾਂ ਪਾਪ ਕਰਕੇ ਲੋਕਾਂ ਤੋਂ ਠੱਗੀਆਂ ਮਾਰ ਕੇ ਲੋਕਾਂ ਦੇ ਉੱਤੇ ਡਾਕੇ ਮਾਰ ਕੇ ਜਿਹੜਾ ਉਹਨਾਂ ਤੋਂ ਧਨ ਖੋਇਆ ਸੀ, ਰੰਗ ਬੁਲਾਏ ਲੁਟਾਇਓ ਸਰਬਾ। ਸਾਰੇ ਗਰੀਬਾਂ ਨੂੰ ਬੁਲਾ ਕੇ ਤੇ ਸਾਰਾ ਧਨ ਉਹਨਾਂ ਵਿੱਚ ਵੰਡ ਦਿੱਤਾ। ਬਖਸ਼ਿਓ ਇਸ ਪ੍ਰਕਾਰ ਤਿਸਤਾਈ। ਇਸ ਤਰ੍ਹਾਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਸੱਜਣ ਠੱਗ ਨੂੰ ਵੀ ਬਖਸ਼ ਦਿੱਤਾ। ਸੰਗਤ ਜੀ, ਜਦੋਂ ਇਹ ਸਾਖੀਆਂ ਆਪਾਂ ਸੁਣਦੇ ਹਾਂ, ਹਾਲਤ ਤਾਂ ਸਾਡੀ ਵੀ ਇਹਨਾਂ ਵਰਗੀ ਹੈ ਨਾ, ਪਾਪਾਂ ਦੇ ਨਾਲ ਮਾੜੇ ਕਰਮਾਂ ਦੇ ਨਾਲ ਤੇ ਅਸੀਂ ਵੀ ਭਰੇ ਹੋਏ ਹਾਂ, ਪਰ ਸਤਿਗੁਰੂ ਇੰਨੇ ਕਿਰਪਾਲੂ ਹਨ। ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਤਾ। ਦਾਤਾ, ਜੇ ਮੈਂ ਕੋਈ ਪਾਪ ਹੀ ਨਾ ਕੀਤਾ ਹੁੰਦਾ ਤੈਨੂੰ ਪਤਤ ਪਾਵਨ ਕਹਿੰਦਾ ਕੌਣ। ਪਰ ਸਤਿਗੁਰਾਂ ਨੇ ਕਿਰਪਾ ਕੀਤੀ, ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਮਨ ਕਰਕੇ, ਇੰਨੇ ਕਿਰਪਾਲੂ ਨੇ ਸਤਿਗੁਰੂ, ਉਹਨੂੰ ਵੀ ਬਖਸ਼ ਦਿੰਦੇ। ਗੁਰੂ ਤੇ ਹੈ ਹੀ ਬਖਸ਼ਣਹਾਰ ਹੈ। ਭਾਈ ਗੁਰਦਾਸ ਜੀ ਦੇ ਬੜੇ ਸੁੰਦਰ ਬਚਨ ਆਪਾਂ ਉਹਨਾਂ ਦੀ ਬਾਣੀ ਦੇ ਅੰਦਰ, ਉਹਨਾਂ ਦੀ ਲਿਖਤ ਵਿੱਚ ਪੜ੍ਹਦੇ ਹਾਂ ਕਿ ਇਹ ਜਦੋਂ ਮੈਂ ਸੁਣਦਾ ਹਾਂ, ਇਹ ਦੇਖਦਾ ਕਿ ਮੇਰੇ ਕਰਮ ਇੰਨੇ ਮਾੜੇ ਹਨ ਤੇ ਮੈਂ ਡਰ ਜਾਂਦਾ ਹਾਂ। ਪਰ ਜਦ ਦੇਖਦਾ ਹਾਂ ਕਿ ਦਾਤਾ ਤੂੰ ਐਸੇ ਪਾਪੀਆਂ ਨੂੰ ਵੀ ਬਖਸ਼ ਦਿੱਤਾ, ਇਹਨਾਂ ਦੀਆਂ ਸਾਖੀਆਂ ਸੁਣ ਕੇ, ਇਹ ਇਤਿਹਾਸ ਸੁਣ ਕੇ ਮੇਰੇ ਮਨ ਵਿੱਚ ਵੀ ਆਸ ਵੱਜ ਜਾਂਦੀ ਹੈ ਕਿ ਮੈਂ ਪਾਪੀ ਤਾਂ ਹਾਂ, ਪਰ ਤੂੰ ਕਿਰਪਾਲੂ ਹੈ। ਤੇਰੀ ਸ਼ਰਨ ਵਿੱਚ ਆਵਾਂਗਾ, ਬੇਨਤੀ ਕਰਾਂਗਾ ਤੇ ਦਾਤਾ ਤੂੰ ਮੈਨੂੰ ਵੀ ਬਖਸ਼ ਦੇਵੇਂਗਾ। ਐਸੀ ਕਿਰਪਾ ਗੁਰੂ ਸਾਹਿਬ ਨੇ ਕੀਤੀ ਹੈ। ਬਖਸ਼ਿਓ ਇਸ ਪ੍ਰਕਾਰ ਤਿਸ ਤਾਈਂ। ਇਸ ਤਰ੍ਹਾਂ ਸਤਿਗੁਰੂ ਜੀ ਨੇ ਸੱਜਣ ਠੱਗ ਦਾ ਉਧਾਰ ਕੀਤਾ, ਇਹਨੂੰ ਵੀ ਸੰਤ ਬਣਾ ਦਿੱਤਾ। ਇੱਥੇ ਸੰਗਤ ਜੀ ਧਰਮਸ਼ਾਲਾ ਕਾਇਮ ਕੀਤੀ, ਕਿਉਂਕਿ ਪਹਿਲਾਂ ਤਾਂ ਇਹ ਕਿਸੇ ਨੇ ਮਸਜਿਦ ਤੇ ਦਿਉਰਾ ਸਥਾਪਿਤ ਕੀਤਾ, ਬਣਾਇਆ ਸੀ। ਉਹ ਕੇਵਲ ਤਾਂ ਕੇਵਲ ਲੋਕਾਂ ਨੂੰ ਠੱਗਣ ਵਾਸਤੇ, ਇਹ ਦੱਸਣ ਵਾਸਤੇ ਕਿ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ, ਕੋਈ ਮੁਸਲਮਾਨ ਆਵੇ, ਕੋਈ ਹਿੰਦੂ ਆਵੇ, ਸਾਰਿਆਂ ਨੂੰ ਇੱਥੇ ਜਲ ਪਾਣੀ ਛਕਾਉਣਾ। ਪਰ ਰਾਤ ਦੇ ਸਮੇਂ ਉਹਨਾਂ ਦਾ ਧਨ ਲੁੱਟ ਲੈਂਦਾ ਸੀ, ਜਾਨੋਂ ਮਾਰ ਦਿੰਦਾ ਸੀ। ਪਰ ਕਿਰਪਾਲੂ ਸਤਿਗੁਰਾਂ ਨੇ ਐਸੀ ਕਿਰਪਾ ਕੀਤੀ ਕਿ ਸੱਜਣ ਠੱਗ ਵਰਗਿਆਂ ਨੂੰ ਵੀ ਉਪਦੇਸ਼ ਦੇ ਕੇ ਉਸ ਜਗ੍ਹਾ ਤੇ ਧਰਮਸ਼ਾਲਾ ਕਾਇਮ ਕੀਤੀ। ਇਹਨੂੰ ਸੰਤ ਬਣਾ ਕੇ ਮਹਾਰਾਜ ਜੀ ਨੇ ਬਖਸ਼ ਕੇ ਸੰਤ ਬਣਾਇਆ, ਸੰਤਾਂ ਵਾਲਾ ਜੀਵਨ ਕਰ ਦਿੱਤਾ। ਆਗੈ ਕੀਨੋ ਗਮਨ ਗੁਸਾਈ। ਧਰਤੀ ਦੇ ਮਾਲਕ ਸਤਿਗੁਰੂ ਜੀ ਇਸ ਤੁਲੰਬੇ ਨਗਰ ਤੋਂ ਅੱਗੇ ਚੱਲੇ ਹਨ। ਹੁਰਮੇਪੁਰ ਮੈਂ ਪਹੁੰਚੇ ਜਾਈ। ਹੁਰਮੇ ਨਗਰ ਵਿੱਚ ਸਤਿਗੁਰੂ ਜੀ ਪਹੁੰਚ ਗਏ ਹਨ। ਸਹਜਾਦੇ ਸੋ ਗਿਰਾ ਆਲਾਈ। ਭਾਈ ਸ਼ਹਿਜ਼ਾਦੇ ਦੇ ਤਾਈਂ ਸਤਿਗੁਰਾਂ ਨੇ ਬਚਨ ਕੀਤੇ ਨੇ। ਨਗਰ ਮਹਾਨ ਰੁਚਰ ਇਸ ਥਾਨਾ। ਗੁਰਦੇਵ ਕਹਿਣ ਲੱਗੇ, ਸ਼ਹਿਜ਼ਾਦੇ ਇਹ ਜਿਹੜਾ ਨਗਰ ਹੈ ਇਹ ਬਹੁਤ ਸੁੰਦਰ ਤੇ ਬੜਾ ਵਿਸ਼ਾਲ ਹੈ। ਇਨੋ ਦਾਹੋ ਇਹਾਂ ਮਰਦਾਨਾ। ਇਸ ਜਗ੍ਹਾ ਤੇਰੇ ਪਿਤਾ ਭਾਈ ਮਰਦਾਨੇ ਦਾ ਅਸੀਂ ਹੱਥੀਂ ਸੰਸਕਾਰ ਕੀਤਾ ਹੈ। ਸੁਣ ਕੈ ਸਰੋਣ ਦੇਖ ਥਲ ਤਾਈ। ਇਹ ਬਚਨ ਗੁਰੂ ਸਾਹਿਬ ਜੀ ਦੇ ਮੁਖੋਂ ਸੁਣਿਆ ਤੇ ਆਪਣੇ ਪਿਤਾ ਦਾ ਸੰਸਕਾਰ ਵਾਲਾ ਸਥਾਨ ਦੇਖਿਆ ਏ। ਬੰਧਨ ਕਿੰਨੀ ਸੀਸ ਝੁਕਾਈ। ਭਾਈ ਸ਼ਹਿਜ਼ਾਦੇ ਨੇ ਆਪਣੇ ਪਿਤਾ ਦੇ ਅਸਥਾਨ ਵੱਲ ਸਿਰ ਝੁਕਾਇਆ, ਨਮਸਕਾਰ ਕੀਤੀ। ਗੁਰ ਕੈ ਬਚਨ ਹਮਾਰਾ ਮਾਨੋ। ਸਤਿਗੁਰੂ ਜੀ ਕਹਿਣ ਲੱਗੇ, ਸ਼ਹਿਜ਼ਾਦੇ ਸਾਡਾ ਬਚਨ ਮੰਨ। ਇਹ ਥਲ ਰਹੋ ਕੁਟਾਂਬਨ ਜਿਆਨੋ। ਤੂੰ ਇਸੇ ਥਾਂ ਦੇ ਉੱਤੇ ਆਪਣਾ ਪਰਿਵਾਰ ਲਿਆ ਕੇ ਅਗਲਾ ਜਿਹੜਾ ਸਮਾਂ ਇੱਥੇ ਬਤੀਤ ਕਰ। ਮਰਦਾਨੇ ਕੇ ਸਮ ਤੂ ਹੋਏ। ਤੇ ਤੇਰੀ ਵੀ ਜਿਹੜੀ ਪੂਜਾ ਹੈ, ਤੇਰਾ ਵੀ ਸਨਮਾਨ ਅਦਬ ਸਤਕਾਰ ਤੇਰੇ ਪਿਤਾ ਭਾਈ ਮਰਦਾਨੇ ਵਾਂਗੂ ਹੋਵੇਗਾ। ਪੂਜਾ ਭਾਗ ਸਗਰੋ ਪੁਰਜੋਏ। ਸਾਰਾ ਜਿਹੜਾ ਨਗਰ ਹੈ ਉਹ ਤੇਰੇ ਚਰਨਾਂ ਨੂੰ ਪੂਜੇਗਾ। ਦੋਹਰਾ ਸ਼ਹਿਜ਼ਾਦੇ ਕਰ ਬੰਦ ਕਾ। ਇਹ ਬਚਨ ਸੁਣ ਕੇ ਭਾਈ ਸ਼ਹਿਜ਼ਾਦੇ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ। ਪੁਨ ਬੂਝੈ ਜਗਤੇਸ਼। ਫਿਰ ਜਗਤ ਦੇ ਮਾਲਕ ਸਤਿਗੁਰਾਂ ਨੂੰ ਪੁੱਛਣ ਲੱਗੇ, ਹਮਰਾ ਕੋ ਅਵਲੰਬੁ ਹੈ। ਮਹਾਰਾਜ ਤੁਹਾਡਾ ਬਚਨ ਸਤ ਹੈ, ਮੈਂ ਇੱਥੇ ਰਹਾਂਗਾ, ਪਰ ਮੈਨੂੰ ਇਹ ਵੀ ਦੱਸੋ ਕਿ ਇੱਥੇ ਮੇਰਾ ਕੌਣ ਆਸਰਾ ਹੋਵੇਗਾ। ਤੁਮ ਗਵਨ ਹੋ ਪਰਦੇਸ਼। ਆਪ ਤਾਂ ਸਤਿਗੁਰੂ ਪਰਦੇਸ਼ ਜਾ ਰਹੇ ਹੋ, ਹੋਰ ਇਲਾਕਿਆਂ ਵਿੱਚ ਜਾਵੋਗੇ, ਸਾਡਾ ਇੱਥੇ ਕਿਸ ਤਰ੍ਹਾਂ ਗੁਜ਼ਾਰਾ ਚੱਲੇਗਾ, ਸਾਡਾ ਆਸਰਾ ਕੌਣ ਹੋਵੇਗਾ। ਚਾਉ ਪਈ ਸ੍ਰੀ ਗੁਰੂ ਭਣਿਓ ਨਕੇਤ ਤੁਮਾਰੀ। ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ, ਸ਼ਹਿਜ਼ਾਦੇ ਨੂੰ ਤੇਰਾ ਜਿਹੜਾ ਘਰ ਹੈ, ਸਰਬ ਪਦਾਰਥ ਹੋਏ ਸੁਖਾਰੇ। ਸੁਖ ਦੇਣ ਵਾਲੇ ਸਾਰੇ ਹੀ ਪਦਾਰਥ ਤੇਰੇ ਘਰ ਵਿੱਚ ਹੋਣਗੇ। ਚਾਰ ਪਦਾਰਥ, ਧਰਮ ਅਰਥ ਕਾਮ ਮੋਖ,
ਇਹ ਪਦਾਰਥ ਤੇਰੇ ਘਰ ਵਿੱਚੋਂ ਮਿਲਿਆ ਕਰਨਗੇ। ਬੰਸ ਬ੍ਰਿਧ ਹੋਵਹਿ ਗੋ ਤੁਮਰਾ, ਤੇਰਾ ਜਿਹੜਾ ਬੰਸ ਹੈ ਉਹ ਬਹੁਤ ਜ਼ਿਆਦਾ ਵਧੇਗਾ। ਮਾਨੋ ਸਾਚ ਬਚਨ ਇਉ ਹਮਰਾ, ਇਹ ਬਚਨ ਸਾਡਾ ਤੂੰ ਸਤ ਕਰਕੇ ਮੰਨ। ਚਿੰਤ ਕਰੋ ਜਬ ਹੀ ਮਨ ਮਾਹੀ, ਜਦੋਂ ਤੂੰ ਆਪਣੇ ਮਨ ਵਿੱਚ ਸਾਨੂੰ ਯਾਦ ਕਰੇਗਾ। ਆਗੈ ਨਿਕਟ ਦੇਰ ਕੁਛ ਨਾਹੀ, ਗੁਰਦੇਵ ਕਹਿੰਦੇ ਅਸੀਂ ਬਿਨਾਂ ਦੇਰੀ ਤੋਂ ਸ਼ਹਿਜ਼ਾਦੇ ਤੇਰੇ ਕੋਲ ਪਹੁੰਚਾਂਗੇ। ਇਸ ਬਿਦ ਕਰੋ ਸਤਿ ਪ੍ਰਤੀਤਾ, ਇਹ ਬਚਨ ਸਾਡਾ ਮਨ ਤੇ ਦੇ ਉੱਤੇ ਭਰੋਸਾ ਕਰ। ਡੋਲ ਨਹੀਂ ਰਾਖ ਥਿਰ ਚੀਤਾ, ਆਪਣੇ ਚਿੱਤ ਨੂੰ ਥਿਰ ਰੱਖ, ਆਪਣੇ ਚਿੱਤ ਨੂੰ ਟਿਕਾ ਕੇ ਰੱਖ। ਸਾਡਾ ਬਚਨ ਮੰਨੀ ਤੇ ਚਿੱਤ ਨੂੰ ਡੋਲਣ ਨਾ ਦਈ। ਸਹਜਾਦੇ ਤਵ ਜੋਰੇ ਹੱਥ, ਇਹ ਬਚਨ ਸੁਣ ਕੇ ਸਤਿਗੁਰਾਂ ਦੇ ਭਾਈ ਮਰਦਾਨੇ ਦੇ ਪੁੱਤਰ ਸ਼ਹਿਜ਼ਾਦੇ ਨੇ ਹੱਥ ਜੋੜ ਲਏ। ਕਹੈ ਪ੍ਰਤੀਤ ਮੁਝੈ ਪ੍ਰਭਨਾਥਾ, ਕਹਿਣ ਲੱਗਾ ਸਤਿਗੁਰੂ ਤੁਸੀਂ ਮਾਲਕ ਹੋ, ਜੇ ਮੇਰੇ ਪਿਤਾ ਨੂੰ ਤੁਹਾਡੇ ਤੇ ਭਰੋਸਾ ਸੀ ਤੇ ਤੁਸੀਂ ਇੰਨੀਆਂ ਬਖਸ਼ਿਸ਼ਾਂ ਮੇਰੇ ਪਿਤਾ ਭਾਈ ਮਰਦਾਨੇ ਤੇ ਕੀਤੀਆਂ, ਮੈਨੂੰ ਵੀ ਤੁਹਾਡੇ ਬਚਨਾਂ ਤੇ ਭਰੋਸਾ ਹੈ। ਸਤਿਗੁਰੂ ਤੁਹਾਡੇ ਬਚਨਾਂ ਨੂੰ ਅਸੀਂ ਸਤ ਕਰਕੇ ਜਾਣਾਂਗੇ। ਤਬ ਸ੍ਰੀ ਗੁਰੂ ਮੰਜੀ ਤਿਹ ਦੀਨੀ, ਸਤਿਗੁਰੂ ਜੀ ਨੇ ਭਾਈ ਸ਼ਹਿਜ਼ਾਦੇ ਨੂੰ ਪ੍ਰਚਾਰ ਦੀ ਮੰਜੀ ਦਿੱਤੀ ਹੈ। ਆਪ ਚਲਨ ਕੀ ਮਨਸਾ ਕੀਨੀ, ਆਪ ਸਤਿਗੁਰਾਂ ਨੇ ਇੱਥੋਂ ਚੱਲਣ ਦੀ ਤਿਆਰੀ ਕੀਤੀ। ਸਹਜਾਦਾ ਨਿਜ ਸਦਨ ਸੁਧਾਰਾ, ਸਤਿਗੁਰਾਂ ਦਾ ਬਚਨ ਮੰਨ ਕੇ ਭਾਈ ਸ਼ਹਿਜ਼ਾਦੇ ਆਪਣੇ ਘਰ ਨੂੰ ਗਏ ਨੇ। ਲੈਨੇ ਹੇਤ ਸਰਬ ਪਰਵਾਰਾ, ਆਪਣਾ ਸਾਰਾ ਪਰਿਵਾਰ ਲੈਣ ਵਾਸਤੇ। ਤਬ ਕੋ ਬਸਿਓ ਜਾਏ ਤੇ ਥਾਨਾ, ਉਦੋਂ ਤੋਂ ਸਤਿਗੁਰਾਂ ਦਾ ਬਚਨ ਮੰਨ ਕੇ ਆਪਣੇ ਪਰਿਵਾਰ ਨੂੰ ਲੈ ਕੇ ਭਾਈ ਸ਼ਹਿਜ਼ਾਦਾ ਉੱਥੇ ਰਹਿ ਪਿਆ। ਬਦੀ ਮੰਨਤਾ ਬੰਸ ਮਹਾਨਾ, ਕਵੀ ਜੀ ਕਹਿੰਦੇ ਸੰਗਤ ਜੀ ਫਿਰ ਇਹਦੀ ਬੜੀ ਬੰਸ਼ ਵਧੀ ਅੱਗੇ ਇਹਨਾਂ ਦੀ, ਤੇ ਇਹਨਾਂ ਦੀ ਜਿਹੜੀ ਮਨੌਤ ਸੀ ਉਹ ਵੀ ਵਧੀ ਹੈ। ਅੱਜ ਵੀ ਸੰਗਤ ਜੀ ਜਿਹੜੀ ਇਹਨਾਂ ਦੀ ਪੀੜ੍ਹੀ ਚੱਲਦੀ ਹੈ, ਇਹਨਾਂ ਦੀ ਅੰਸ਼ ਬੰਸ਼ ਵਿੱਚੋਂ ਉਹਨਾਂ ਦਾ ਮਾਨ ਸਨਮਾਨ ਜਿਹੜਾ ਹੈ ਉਹ ਪੂਰਾ ਅਦਬ ਉਸੇ ਤਰ੍ਹਾਂ ਹੀ ਕੀਤਾ ਜਾਂਦਾ ਹੈ। ਜਿਹੜੀ ਗੁਰੂ ਸਾਹਿਬ ਜੀ ਨੇ ਤੰਤੀ ਸਾਜ ਦੀ ਇਹਨਾਂ ਨੂੰ ਬਖਸ਼ਿਸ਼ ਕੀਤੀ ਸੀ ਇਹਨਾਂ ਤੇ, ਉਹ ਵੀ ਅੱਜ ਇਹਨਾਂ ਦੀ ਬੰਸ ਦੇ ਕੋਲ ਹੈ। ਉਸੇ ਤਰ੍ਹਾਂ ਇਹ ਗੁਰੂ ਕਾ ਜਸ ਗਾਉਂਦੇ ਹਨ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਨਾਂ ਦਾ ਮਾਨ ਸਨਮਾਨ ਅੱਜ ਵੀ ਗੁਰੂ ਕੀਆਂ ਸੰਗਤਾਂ ਇਸੇ ਤਰ੍ਹਾਂ ਕਰਦੀਆਂ ਨੇ। ਸੋ ਇੱਥੇ ਸਤਿਗੁਰੂ ਜੀ ਨੇ ਇਹਨਾਂ ਤੇ ਰਹਿਮਤ ਬਖਸ਼ਿਸ਼ ਕੀਤੀ ਹੈ। ਦੋਹਰਾ ਸ੍ਰੀ ਗੁਰ ਪਗ ਕੋ ਸਿਮਰ ਓਰਾ, ਰੋਜ ਖੋਜ ਨਿਜ ਰੂਪ। ਸ਼੍ਰੀ ਨਾਨਕ ਪ੍ਰਕਾਸ਼ ਉਤਰਾਰਧ ਦਾ 36ਵਾਂ ਅਧਿਆਇ ਕਵੀ ਜੀ ਅੱਗੇ ਆਰੰਭ ਕਰਦੇ ਨੇ। ਪਹਿਲਾਂ ਮੰਗਲ ਕਰਦੇ ਹਨ। ਸ਼੍ਰੀ ਗੁਰ ਪਗ ਕੋ ਸਿਮਰ ਓਰ, ਉਪਦੇਸ਼ ਦਿੰਦੇ ਹਨ ਮਨ ਨੂੰ, ਐ ਮਨਾ ਤੇ ਆਪਣੇ ਹਿਰਦੇ ਦੇ ਵਿੱਚ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਸਿਮਰ। ਆਪਣੇ ਹਿਰਦੇ ਵਿੱਚ ਗੁਰੂ ਦੇ ਚਰਨਾਂ ਨੂੰ ਸੰਭਾਲ। ਤੇ ਗੁਰੂ ਦੇ ਚਰਨ ਕੀ ਹਨ? ਚਿੱਤ ਚਰਨ ਨਾਮ। ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਤੇ ਰੋਜ਼ ਖੋਜ ਨਿਜ ਰੂਪ। ਤੇ ਗੁਰੂ ਕੇ ਬਚਨਾਂ ਨੂੰ ਆਪਣੇ ਹਿਰਦੇ 'ਚ ਵਸਾ ਕੇ, ਨਾਮ ਨੂੰ ਹਿਰਦੇ 'ਚ ਵਸਾ ਕੇ ਆਪਣੇ ਹਿਰਦੇ ਦੀ ਖੋਜ ਕਰ ਬੰਦੇ। ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਅਸਲ ਪਰੇਸ਼ਾਨੀ ਤਾਂ ਇਹੋ ਹੀ ਹੈ, ਬਾਹਰ ਦੀਆਂ ਤਾਂ ਖੋਜਾਂ ਕੀਤੀਆਂ ਪਰ ਖੋਜ ਮੁਕੰਮਲ ਨਾ ਹੋਣ ਕਰਕੇ, ਅਧੂਰੀ ਰਹਿਣ ਕਰਕੇ ਬੰਦਾ ਨਿਰਾਸ਼ ਹੀ ਰਿਹਾ। ਵੱਡੇ ਵੱਡੇ ਖੋਜੀ ਸਾਇੰਟਿਸਟ ਇਸ ਸੰਸਾਰ ਤੋਂ ਨਿਰਾਸ਼ ਚਲੇ ਗਏ, ਕਿਉਂਕਿ ਕਿਸੇ ਵਸਤੂ ਦੀ ਖੋਜ ਪੂਰਨ ਤੌਰ 'ਤੇ ਕਰ ਹੀ ਨਹੀਂ ਸਕੇ। ਪਰਮਾਤਮਾ ਦੀ ਅਕਾਲ ਪੁਰਖ ਦੀ ਸ੍ਰਿਸ਼ਟੀ ਜਿਹੜੀ ਹੈ ਰਚੀ ਹੋਈ, ਇਹ ਸੰਗਤ ਜੀ ਬੇਸ਼ੁਮਾਰ ਅਗਾਂਹ ਤੋਂ ਅਗਾਂਹ ਵੱਧਦੀ ਹੀ ਜਾਂਦੀ ਹੈ। ਧਰਤੀ ਹੋਰ, ਪਰੈ ਹੋਰ ਹੋਰ, ਅਗਾਂਹ ਤੋਂ ਅਗਾਂਹ ਹਰ ਤਰ੍ਹਾਂ ਦੀ ਵਸਤੂ ਹੈ। ਇਸ ਕਰਕੇ ਇਹਦੀ ਖੋਜ ਮੁਕੰਮਲ ਪੂਰੀ ਹੋ ਹੀ ਨਹੀਂ ਸਕਦੀ। ਪਰ ਗੁਰਦੇਵ ਕਹਿੰਦੇ ਹਨ, ਇੱਥੇ ਭਾਈ ਸਾਹਿਬ ਜੀ ਕਹਿੰਦੇ ਹਨ ਕਿ ਐ ਮਨਾ, ਤੂੰ ਆਪਣੇ ਮਨ ਦੇ ਵਿੱਚ ਸ਼ਬਦ ਦੀ ਕਮਾਈ ਦੇ ਨਾਲ ਅੰਦਰੋਂ ਖੋਜ ਕਰ। ਜੋ ਬ੍ਰਹਮੰਡੇ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੈ। ਜੇ ਅੰਦਰ ਖੋਜ ਕਰੇਗਾ ਤੇ ਫਿਰ ਗੁਰ ਘਰ ਹੀ ਮਾਹੇ ਦਿਖਾਇਆ ਥਾ, ਫਿਰ ਬਾਹਰ ਟੋਲੈ ਸੋ ਭਰਮ ਭੁਲਾਈ। ਬਾਹਰ ਟੋਲਣਾ, ਬਾਹਰ ਲੱਭਣਾ ਤੇ ਭਰਮਾਂ ਦੇ ਵਿੱਚ ਪੈਣਾ ਹੈ। ਜਿਹੜੇ ਹਿਰਦੇ ਘਰ ਵਿੱਚ ਉਹਨੂੰ ਖੋਜਦੇ ਹਨ, ਕਹਿੰਦੇ ਨੇ ਅਸਲ ਵਿੱਚ ਖੋਜਦਿਆਂ ਖੋਜਦਿਆਂ ਜੀਵ ਨੂੰ ਆਪਣੇ ਸਰੂਪ ਦੀ ਪਹਿਚਾਣ ਹੋ ਜਾਂਦੀ ਹੈ। ਪਾਏ ਸਹਿਜ ਸੁਖ ਕੋ ਤਬ, ਜਦੋਂ ਅੰਦਰ ਨੂੰ ਖੋਜੇਗਾ ਤੇ ਫਿਰ ਸਹਿਜੇ ਅੰਦਰੋਂ ਹਿਰਦੇ ਘਰ ਵਿੱਚ ਸੁਖ ਦੀ ਪ੍ਰਾਪਤੀ ਹੋਵੇਗੀ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਾਹੁਰ ਨਾ ਹੋਏ ਗੋ ਫੇਰਾ। ਸਦੀਵ ਕਾਲ ਸੁਖ ਅੰਦਰੋਂ ਮਿਲ ਜਾਵੇਗਾ। ਉਦਰ ਅੰਧੇਰੇ ਕੂਪ, ਇਹ ਜਿਹੜਾ ਹਨੇਰੇ ਵਾਲਾ ਸੰਸਾਰ ਖੂਹ ਹੈ ਨਾ, ਇਸ ਹਨੇਰੇ ਵਾਲੇ ਖੂਹ ਤੋਂ ਤੂੰ ਉਧਰ ਤਰ ਜਾਵੇਂਗਾ, ਬਚ ਜਾਵੇਂਗਾ, ਡੁੱਬੇਗਾ ਨਹੀਂ। ਸ੍ਰੀ ਬਾਲਾ ਸੰਦੁਰ ਵਾਚ, ਇਹ
ਮੰਗਲ ਦੇ ਵਿੱਚ ਉਪਦੇਸ਼ ਦਿੱਤਾ ਹੈ ਕਿ ਜੇ ਤੂੰ ਸ਼ਬਦ ਦੀ ਕਮਾਈ ਦੇ ਨਾਲ ਹਿਰਦੇ ਨੂੰ ਖੋਜੇਂਗਾ, ਆਪਣੇ ਅੰਦਰੋਂ ਨਿਜ ਸਰੂਪ ਦੀ ਪਹਿਚਾਨ ਕਰ ਲਵੇਂਗਾ, ਆਵਾਗਾਉਣ ਦੇ ਚੱਕਰ ਤੋਂ ਬਚ ਜਾਵੇਂਗਾ, ਇਹ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਫਿਰ ਤੂੰ ਡਿੱਗੇਂਗਾ ਨਹੀਂ। ਸ਼੍ਰੀ ਬਾਲਾ ਸੰਧੂ ਰਵਾਜ ਸ਼੍ਰੋਮਣੀ ਭਾਈ ਬਾਲਾ ਜੀ ਸੰਧੂ ਗੋਤ ਦੇ ਕਥਾ ਸੁਣਾ ਰਹੇ ਹਨ। ਚੌਪਈ ਸ੍ਰੀ ਅੰਗਦ ਸੁਨ ਕਥਾ ਰਸਾਲਾ। ਐ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਅੱਗੇ ਰਸਾਲਾ ਰਸ ਦਾ ਇੱਕ ਸੁੰਦਰ ਕਥਾ ਸਤਿਗੁਰਾਂ ਦੀ ਸੁਣੋ। ਗਏ ਕੰਧਾਰ ਮਝਾਰ ਕਿਰਪਾਲਾ। ਸਤਿਗੁਰੂ ਜੀ ਇੱਥੇ ਸੱਜਣ ਠੱਗ ਦਾ ਉਦਾਰ ਕਰਕੇ ਤੇ ਭਾਈ ਸ਼ਹਿਜ਼ਾਦੇ ਨੂੰ ਤੁਲੰਬੇ ਨਗਰ ਦੇ ਵਿੱਚ ਬਿਰਾਜਮਾਨ ਕਰਕੇ ਉਹਨੂੰ ਬਖਸ਼ਿਸ਼ਾਂ ਦੇ ਕੇ ਪ੍ਰਚਾਰ ਦੀ ਮੰਜੀ ਦੇ ਕੇ ਮਹਾਰਾਜ ਜੀ ਇੱਥੋਂ ਚੱਲੇ ਨੇ ਤੇ ਕੰਧਾਰ ਪਹੁੰਚੇ ਹਨ। ਯਾਰਵਲੀ ਇੱਕ ਮੁਗਲ ਰਹੰਤਾ। ਇਸ ਕੰਧਾਰ ਦੇ ਵਿੱਚ ਇੱਕ ਯਾਰਵਲੀ ਮੁਗਲ ਰਹਿੰਦਾ ਸੀ। ਤਿਹ ਸੋ ਕੀ ਨਾ ਮਿਲਨ ਭਗਵੰਤਾ। ਭਗਵੰਤ ਸਰੂਪ ਸਤਿਗੁਰੂ ਜੀ ਪਰਮੇਸ਼ਰ ਸਰੂਪ ਸਤਿਗੁਰੂ ਮਹਾਰਾਜ ਯਾਰਵਲੀ ਨੂੰ ਮਿਲੇ ਹਨ। ਪੂਜਨ ਹਿਤ ਤੇ ਬਚਨ ਉਚਾਰਾ। ਉਸ ਯਾਰਵਲੀ ਨੇ ਸਤਿਗੁਰਾਂ ਨੂੰ ਦੇਖ ਕੇ ਪੁੱਛਿਆ ਹੈ, ਗੁਫਤੋ ਆਪਣੋ ਨਾਮ ਜੇ ਚਾਰਾ। ਉਹ ਪੁੱਛਦਾ ਹੈ ਗੁਫਤੋ ਆਪਣੋ ਨਾਮ ਚਿਦਾਰਾ, ਕਿ ਇਹ ਦੱਸੋ ਬੋਲ ਕੇ ਕਿ ਤੁਹਾਡਾ ਨਾਮ ਕੀ ਹੈ। ਮਾ ਨਾਮ ਨਾਨਕ ਨਿਰੰਕਾਰੀ। ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ ਮਾਂ ਨਾਮ ਨਾਨਕ ਨਿਰੰਕਾਰੀ। ਇਹ ਯਾਰਵਲੀ ਤੁਰਕ ਨੇ ਪੁੱਛਿਆ, ਜਿਹੜਾ ਕੰਧਾਰ ਦਾ ਰਹਿਣ ਵਾਲਾ ਮਹਾਰਾਜ ਜੀ ਦੇ ਦਰਸ਼ਨ ਕਰਕੇ ਸੰਤ ਸਰੂਪ ਜਾਣ ਕੇ ਗੁਰਦੇਵ ਨੂੰ ਪੁੱਛਦਾ ਹੈ ਕਿ ਦੱਸੋ ਤੁਹਾਡਾ ਨਾਮ ਕੀ ਹੈ। ਗੁਰਦੇਵ ਕਹਿੰਦੇ ਨੇ ਸਾਡਾ ਨਾਮ ਨਾਨਕ ਨਿਰੰਕਾਰੀ ਹੈ। ਕਹੈ ਮਾਇ ਨਾ ਕਰੋ ਚਾਰੇ। ਇਹ ਸੁਣ ਕੇ ਮਹਾਰਾਜ ਦਾ ਨਾਮ ਤੇ ਕਹਿਣ ਲੱਗਾ ਕਿ ਆਪਣੇ ਨਾਮ ਦਾ ਮਾਇਨੇ ਦਾ ਅਰਥ ਹੁੰਦਾ ਹੈ ਕਿ ਆਪਣੇ ਨਾਮ ਦਾ ਅਰਥ ਜਿਹੜਾ ਹੈ ਉਹ ਬਿਆਨ ਕਰੋ, ਉਹ ਦੱਸੋ। ਬੰਦਾ ਹੋ ਖੁਦਾਏ ਕਾ ਜਾਨੋ। ਗੁਰਦੇਵ ਕਹਿਣ ਲੱਗੇ ਇਸ ਦਾ ਅਰਥ ਹੈ ਖੁਦਾ ਦਾ ਬੰਦਾ, ਮੈਨੂੰ ਖੁਦਾ ਦਾ ਬੰਦਾ ਰੱਬ ਦਾ ਬੰਦਾ ਜਾਣ। ਗੁਣ ਬੂਝਤ ਨਿਜ ਪੀਰ ਬਖਾਨੋ। ਫਿਰ ਕਹਿਣ ਲੱਗਾ ਕਿ ਐ ਨਾਨਕ ਜੀ, ਨਾਨਕ ਨਿਰੰਕਾਰੀ ਜੀ, ਮੈਨੂੰ ਆਪਣੇ ਪੀਰ ਦਾ ਨਾਮ ਦੱਸੋ। ਭਾਵ ਤੁਹਾਡਾ ਪੀਰ ਕੌਣ ਹੈ, ਤੁਹਾਡਾ ਗੁਰੂ ਕੌਣ ਹੈ, ਤੁਸੀਂ ਕਿਹਦੇ ਚੇਲੇ ਹੋ ਤੇ ਆਪਣੇ ਗੁਰੂ ਦਾ ਨਾਮ ਦੱਸੋ। ਯਕ ਖੁਦਾਏ ਹੈ ਦਿਗਰ ਨਾ ਕੋਈ। ਤੇ ਗੁਰਦੇਵ ਕਹਿਣ ਲੱਗੇ, ਉੱਤਰ ਦਿੱਤਾ ਮਹਾਰਾਜ ਜੀ ਨੇ, ਯਕ ਖੁਦਾਏ ਹੈ, ਇੱਕ ਖੁਦਾ ਸਾਡਾ ਗੁਰੂ ਹੈ, ਦਿਗਰ ਨਾ ਕੋਈ, ਦੂਜਾ ਹੋਰ ਕੋਈ ਨਹੀਂ। ਬਾਣੀ ਦੀ ਆਰੰਭਤਾ ਵੀ ਆਪਾਂ ਇੱਥੋਂ ਇੱਕੋ ਓੰਕਾਰ ਤੋਂ ਹੀ ਪੜ੍ਹਦੇ ਹਾਂ। ਗੁਰੂ ਜੀ ਨੇ ਬਚਨ ਹੀ ਇਹ ਸਾਨੂੰ ਦਿੱਤੇ ਹਨ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਉਹ ਇੱਕ ਗੁਰੂ ਕੌਣ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰਦੇਵ ਕਹਿਣ ਲੱਗੇ ਯਕ ਖੁਦਾਏ। ਪ੍ਰਸ਼ਨ ਸੀ ਯਾਰਵਲੀ ਤੁਰਕ ਦਾ, ਕਹਿਣ ਲੱਗਾ ਆਪਣੇ ਪੀਰ ਦਾ ਨਾਮ ਦੱਸੋ। ਗੁਰਦੇਵ ਕਹਿੰਦੇ ਹਨ ਯਕ ਖੁਦਾਏ ਹੈ, ਦਿਗਰ ਨਾ ਕੋਈ। ਇੱਕ ਖੁਦਾ, ਇੱਕ ਅਕਾਲ ਪੁਰਖ ਪਰਮੇਸ਼ਰ ਸਾਡਾ ਗੁਰੂ ਹੈ, ਹੋਰ ਦੂਜਾ ਕੋਈ ਨਹੀਂ। ਜਗਤ ਮੁਰੀਦ ਪੀਰ ਬੜ ਸੋਈ। ਜਗਤ ਸੰਸਾਰ ਜਿਸ ਦਾ ਮੁਰੀਦ ਹੈ ਤੇ ਵੱਡੇ ਵੱਡੇ ਜਿਹੜੇ ਮੁਰੀਦ ਜਿਹੜੇ ਹਨ, ਵੱਡੇ ਵੱਡੇ ਪੀਰ ਵੀ ਉਸੇ ਨੂੰ ਹੀ ਮੰਨਦੇ ਹਨ, ਜਾਂ ਸਾਰਿਆਂ ਦਾ ਪੀਰ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ। ਪੁੱਛਦਾ ਤੁਹਾਡਾ ਪੀਰ ਕੌਣ। ਮਹਾਰਾਜ ਕਹਿੰਦੇ ਜਿਹੜਾ ਜਗਤ ਦਾ ਮਾਲਕ ਹੈ, ਜਗਤ ਜਿਸ ਨੂੰ ਆਪਣਾ ਮੁਰੀਦ ਸਮਝਦਾ ਹੈ, ਉਹ ਸਭ ਤੋਂ ਵੱਡਾ ਪੀਰਾਂ ਦਾ ਵੀ ਪੀਰ ਅਕਾਲ ਪੁਰਖ ਪਰਮੇਸ਼ਰ ਖੁਦਾ ਹੈ। ਬਚਨ ਸੁਣਨ ਦਾ ਭਾ ਦੇਖ ਨਿਹਾਲਾ। ਗੁਰੂ ਸਾਹਿਬ ਜੀ ਦੇ ਬਚਨਾਂ ਵਿੱਚ ਹੀ ਐਸੀ ਖਿੱਚ ਸੀ। ਮਹਾਰਾਜ ਦੇ ਦਰਸ਼ਨਾਂ ਦੇ ਵਿੱਚੋਂ ਬਖਸ਼ਿਸ਼ਾਂ ਮਿਲਦੀਆਂ ਨੇ। ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਏ। ਜੇ ਗੁਰੂ ਸਾਹਿਬ ਮਿਹਰ ਦੀ ਨਦਰ ਕਰਨ ਤੇ ਗੁਰੂ ਸਾਹਿਬ ਦੇ ਬਚਨ ਬਾਣੀ ਅੰਦਰ ਪੜ੍ਹਦੇ ਹਾਂ, ਜੇ ਗੁਰੂ ਆਪਣੀ ਮਿਹਰ ਦੀ ਦ੍ਰਿਸ਼ਟੀ ਕਰੇ, ਆਮੇ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ। ਸਾਰੇ ਜਿਹੜੇ ਪਾਪ ਨੇ ਉਹ ਧੋ ਦਿੰਦੇ ਹਨ ਸਤਿਗੁਰੂ ਮਿਹਰ ਦੀ ਦ੍ਰਿਸ਼ਟੀ ਨਾਲ। ਗੁਰਦੇਵ ਨੇ ਯਾਰਵਲੀ ਵੱਲ ਮਿਹਰ ਦੀ ਨਿਗਾਹ ਨਾਲ ਦੇਖਿਆ। ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਦਰਸ਼ਨ ਕਰਕੇ ਨਿਹਾਲ ਹੋ ਗਿਆ। ਧਰਿਓ ਚਰਨਪੁਰ ਸਿਰ ਤਤਕਾਲਾ। ਬੜੀ ਛੇਤੀ ਯਾਰਵਲੀ ਨੇ ਆਪਣਾ ਸਿਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਰੱਖ ਦਿੱਤਾ। ਤੁਮ ਖੁਦਾਏ ਹੋ ਧਰਿਓ ਸਰੀਰਾ। ਕਹਿਣ ਲੱਗਾ ਤੁਸੀਂ ਤਾਂ ਖੁਦਾ ਹੋ, ਖੁਦਾ ਨੇ ਇਹ ਸਰੀਰ ਧਾਰਨ ਕੀਤਾ ਹੈ। ਭੰਜੋ ਜਨਮ ਮਰਨ ਕੀ ਪੀਰਾ। ਆਪ ਕਿਰਪਾ ਕਰੋ ਤੇ ਮੇਰੀ ਜਨਮ ਮਰਨ ਦੀ ਪੀੜਾ ਜਿਹੜੀ ਨਾਸ਼ ਕਰ ਦਓ। ਮੈਂ ਜਾਣੋ ਨਿਜ ਪੀਰ ਵਿਸ਼ਾਲਾ। ਮਹਾਰਾਜ ਮੈਂ ਤੁਹਾਨੂੰ ਆਪਣਾ ਵੱਡਾ ਪੀਰ ਜਾਣਿਆ ਹੈ। ਤੁਮਰੋ ਭਾ ਮੁਰੀਦ ਇਹ ਕਾਲਾ। ਇਸ ਸਮੇਂ ਮੈਂ ਤੁਹਾਡਾ ਮੁਰੀਦ ਬਣ ਗਿਆ ਹਾਂ। ਉਹ ਜੋ ਗੁਰੂ ਨਾਮ ਕੋ ਤੇਰਾ। ਸਤਿਗੁਰੂ ਪੁੱਛਦੇ ਹਨ, ਦੱਸ ਭਾਈ ਤੇਰਾ ਨਾਮ ਕੀ ਹੈ।
ਕਿਉ ਮੁਰੀਦ ਹੋਵਤ ਹੈ ਮੇਰਾ। ਇਹ ਵੀ ਦੱਸ ਕੇ ਸਾਡਾ ਮੁਰੀਦ ਕਿਉਂ ਬਣਿਆ, ਸਾਨੂੰ ਪੀਰ ਕਿਉਂ ਬਣਾਇਆ। ਯਾਰ ਵਲੀ ਜਾਨੋ ਮਮ ਨਾਮੂ। ਕਹਿਣ ਲੱਗਾ ਮਹਾਰਾਜ ਮੇਰਾ ਨਾਮ ਯਾਰ ਵਲੀ ਹੈ। ਬਣੋ ਮੁਰੀਦ ਮੁਕਤ ਕੇ ਕਾਮੂ। ਗੁਰਦੇਵ ਪੁੱਛਦੇ ਨੇ ਸਾਡਾ ਕਿਉਂ ਮੁਰੀਦ ਬਣਿਆ। ਕਹਿਣ ਲੱਗਾ ਬਣਿਓ ਮੁਰੀਦ ਮੁਕਤ ਕੇ ਕਾਮੂ। ਮੈਂ ਮੁਕਤੀ ਲੈਣ ਵਾਸਤੇ ਅੱਜ ਮੈਨੂੰ ਪੂਰਾ ਮਿਲ ਗਿਆ ਨਾ, ਕਿਉਂਕਿ ਅਧੂਰੇ ਤਾਂ ਮੁਕਤੀ ਦੇ ਨਹੀਂ ਸਕਦੇ। ਤੇ ਤੁਸੀਂ ਗੱਲ ਹੀ ਇੱਕ ਦੀ ਕੀਤੀ ਹੈ। ਇੱਕ ਦੀ ਗੱਲ ਕਰਨ ਵਾਲਾ ਹੀ ਪੂਰਾ ਹੁੰਦਾ ਹੈ। ਉਹ ਪਰਮੇਸ਼ਰ ਆਪ ਪੂਰਾ ਹੈ ਤੇ ਜਿਹੜੇ ਇੱਕ ਦੇ ਨਾਲ ਜੁੜੇ ਨੇ ਉਹ ਵੀ ਪੂਰੇ ਹਨ। ਮੈਂ ਆਪ ਜੀ ਨੂੰ ਜਾਣਿਆ, ਤੁਸੀਂ ਪੂਰੇ ਹੋ ਤੇ ਮੁਕਤੀ ਵੀ ਪੂਰਾ ਹੀ ਦੇ ਸਕਦਾ ਹੈ। ਕਿਰਪਾ ਕਰੋ, ਮੈਂ ਤੁਹਾਡਾ ਮੁਰੀਦ ਮੁਕਤੀ ਲੈਣ ਵਾਸਤੇ ਬਣਿਆ ਹਾਂ। ਤਿਹ ਕੀ ਸ਼ਰਧਾ ਦੇਖ ਵਿਸ਼ਾਲਾ। ਇਸ ਦੀ ਵਿਸ਼ਾਲ ਸ਼ਰਧਾ ਸਤਿਗੁਰਾਂ ਨੇ ਦੇਖੀ ਹੈ। ਉਪਦੇਸ਼ੋ ਕਰ ਦੀਨ ਨਿਹਾਲਾ। ਸਤਿਗੁਰੂ ਕਿਰਪਾਲੂ ਮਹਾਰਾਜ ਜੀ ਨੇ ਕਰ ਦੀਨ ਨਿਹਾਲਾ ਐਸੀ ਮਿਹਰ ਦੀ ਦ੍ਰਿਸ਼ਟੀ ਕੀਤੀ। ਯਾਰ ਵਲੀ ਦੇ ਤਾਈਂ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਤੇ ਗੁਰੂ ਦੇ ਉਪਦੇਸ਼ ਨਾਲ ਹੀ ਬੰਧਨ ਕੱਟੇ ਜਾਂਦੇ ਨੇ। ਇਹ ਸਤਿਗੁਰੂ ਮਿਹਰ ਦੀ ਦ੍ਰਿਸ਼ਟੀ ਕਰਨ ਤੇ ਗੁਰੂ ਸਾਹਿਬ ਦਾ ਉਪਦੇਸ਼ ਹਿਰਦੇ 'ਚ ਵਸਦਾ ਹੈ ਤੇ ਜਿਹਦੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਟਿਕ ਜਾਵੇ ਨਾ ਤੇ ਗੁਰੂ ਸਾਹਿਬ ਉਹਦੇ ਜਨਮ ਮਰਨ ਦੇ ਬੰਧਨ ਕੱਟ ਦਿੰਦੇ ਨੇ। ਇੱਕ ਬਾਰ ਜਿਨ ਇੱਕ ਛਿਨ ਧਿਆਇਓ, ਕਾਲ ਫਾਂਸ ਕੇ ਵਿੱਚ ਨਾ ਆਇਓ। ਗੁਰੂ ਸਾਹਿਬ ਜੀ ਨੇ ਨਿਹਾਲ ਕਰ ਦਿੱਤਾ। ਏਕ ਨਿਸਾ ਬਸ ਕਹਿ ਤੇ ਸਦਨਾ। ਇੱਕ ਰਾਤ ਸਤਿਗੁਰੂ ਜੀ ਯਾਰ ਵਲੀ ਦੇ ਘਰ ਰੁਕੇ ਹਨ। ਚੱਲਣ ਤਿਆਰ ਭੇ ਪੰਕਜ ਬਦਨਾ। ਕਮਲ ਸਰੀਖੇ ਮੁਖ ਵਾਲੇ ਸਤਿਗੁਰੂ ਅੱਗੇ ਚੱਲਣ ਲਈ ਤਿਆਰ ਹੋਏ। ਯਾਰ ਵਲੀ ਬੰਦੈ ਸਿਰ ਨਿਆਏ। ਯਾਰ ਵਲੀ ਨੇ ਸਤਿਗੁਰਾਂ ਦੇ ਚਰਨਾਂ ਤੇ ਸਿਰ ਰੱਖਿਆ ਤੇ ਨਮਸਕਾਰ ਕੀਤੀ। ਭਈ ਮਸਤ ਮਤ ਨਾਮ ਖੁਦਾਏ। ਐਸੀ ਕਿਰਪਾ ਹੋਈ ਕਿ ਮਨ ਜਿਹੜਾ ਸੀ ਨਾਮ ਦੇ ਵਿੱਚ, ਖੁਦਾ ਦੇ ਨਾਮ ਦੇ ਵਿੱਚ ਮਸਤ ਹੋ ਗਿਆ। ਇੱਕ ਲਿਵ ਜਿਹੜੀ ਸੀ ਉਹ ਨਾਮ ਦੇ ਵਿੱਚ ਲੱਗ ਗਈ। ਤਿਹ ਕੋ ਧੀਰਜ ਦੇ ਪੁਨ ਗਏ। ਗੁਰਦੇਵ ਨੇ ਇਸ ਯਾਰ ਵਲੀ ਨੂੰ ਧੀਰਜ ਦਿੱਤੀ ਹੈ ਤੇ ਮਹਾਰਾਜ ਇੱਥੋਂ ਚੱਲੇ ਨੇ। ਇੱਕ ਖੱਤਰੀ ਕੋ ਦੇਖਤ ਭਏ। ਸਤਿਗੁਰੂ ਬਾਹਰ ਨਿਕਲੇ ਨੇ ਤੇ ਇੱਕ ਜਿਹੜਾ ਖੱਤਰੀ ਸੀ ਉਸ ਨੂੰ ਦੇਖਿਆ ਹੈ। ਜਮੀ ਬਰਫ ਬਹੁਤ ਸਨੈ ਫੋਰੀ। ਉਸ ਖੱਤਰੀ ਨੇ ਸਵੇਰ ਦੇ ਸਮੇਂ ਅੰਮ੍ਰਿਤ ਵੇਲੇ ਉੱਠ ਕੇ ਤੇ ਇਸ਼ਨਾਨ ਕਰਨ ਵਾਸਤੇ, ਉੱਥੇ ਬਹੁਤ ਬਰਫ਼ ਜੰਮੀ ਹੋਈ ਸੀ, ਉਸ ਬਰਫ਼ ਨੂੰ ਉਸਨੇ ਤੋੜਿਆ ਹੈ। ਲਾਗਿਓ ਮੱਜਨ ਕਰਨੇ ਭੋਰੀ। ਤੇ ਜਦ ਸਰਦੀਆਂ ਵਿੱਚ ਬਰਫ਼ ਪਈ ਹੋਵੇ ਤੇ ਉੱਪਰ ਬਰਫ਼ ਤੇ ਥੱਲੇ ਹੇਠਾਂ ਪਾਣੀ ਹੁੰਦਾ ਹੈ, ਬਰਫ਼ ਨੂੰ ਤੋੜ ਕੇ ਪਾਣੀ ਕੱਢ ਕੇ ਉਸ ਠੰਡੇ ਜਲ ਦੇ ਨਾਲ ਉਹ ਇਸ਼ਨਾਨ ਕਰਨ ਲੱਗਾ। ਕਰਨ ਕਿਰਤਾਰਥ ਤਾਹੇ ਸਮੀਪਾ। ਸਤਿਗੁਰੂ ਜੀ ਇਸ ਖੱਤਰੀ ਨੂੰ ਵੀ ਨਿਹਾਲ ਕਰਨ ਵਾਸਤੇ, ਇਹਨੂੰ ਕਿਰਤਾਰਥ ਇਹਦੀ ਘਾਲਣਾ ਨੂੰ ਸਤਿਗੁਰੂ ਜੀ ਫਲ ਲਾਉਣ ਵਾਸਤੇ, ਇਹਦੇ ਤੇ ਬਖਸ਼ਿਸ਼ਾਂ ਕਰਨ ਵਾਸਤੇ ਗੁਰਦੇਵ ਕੋਲ ਗਏ ਹਨ। ਬੂਝਤ ਭੇ ਬੇਦੀ ਕੁਲ ਦੀਪਾ। ਬੇਦੀਆਂ ਦੇ ਕੁਲ ਦੇ ਦੀਪਕ ਸਤਿਗੁਰੂ ਇਹਨੂੰ ਪੁੱਛਣ ਲੱਗੇ ਹਨ। ਕੋ ਹੈ ਬਰਨ ਨਾਮ ਕੋ ਤੇਰਾ। ਗੁਰਦੇਵ ਕਹਿੰਦੇ ਭਾਈ ਤੇਰਾ ਬਰਨ ਕੀ ਹੈ, ਤੇਰਾ ਨਾਮ ਕੀ ਹੈ। ਨਾਨ ਚਾਹਤ ਹੈ ਸੀਤ ਕਨੇਰਾ। ਇੰਨੀ ਠੰਡ ਵਿੱਚ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਤੂੰ ਇਸ਼ਨਾਨ ਕਰਨ ਲੱਗਾ ਹੈ। ਕਰ ਇਸ਼ਨਾਨ ਜਬ ਬਾਹਰ ਆਵਾ। ਸਤਿਗੁਰਾਂ ਦਾ ਬਚਨ ਸੁਣਿਆ, ਇਸ਼ਨਾਨ ਕਰਕੇ ਖੱਤਰੀ ਬਾਹਰ ਆਇਆ। ਦਰਸ਼ਨ ਦੇਖਤ ਭਰਮ ਨਸਾਵਾ। ਸਤਿਗੁਰਾਂ ਦੇ ਦਰਸ਼ਨ ਕੀਤੇ, ਸਾਰੇ ਹੀ ਭਰਮ ਨਾਸ ਹੋ ਗਏ। ਵਿਮਲ ਹਿਰਦਾ ਹੋਇ ਬੰਧਨ ਕੀਨੀ। ਦਰਸ਼ਨ ਕਰਦਿਆਂ ਹੀ ਹਿਰਦਾ ਸ਼ੁੱਧ ਹੋ ਗਿਆ ਤੇ ਨਮਸਕਾਰ ਕੀਤੀ। ਸੰਤ ਰੂਪ ਲਖ ਮਹਿਮਾ ਚੀਨੀ। ਗੁਰੂ ਸਾਹਿਬ ਜੀ ਨੂੰ ਪੂਰਨ ਸੰਤ ਜਾਣ ਕੇ ਇਹਨਾਂ ਦੀ ਮਹਿਮਾ ਨੂੰ ਜਾਣਿਆ। ਹਾਥ ਬੰਦ ਕੈ ਬਿਨੈ ਬਖਾਨੀ। ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕਰਨ ਲੱਗਾ। ਸੰਤ ਮਿਲਨ ਮਮ ਚਾਹੇ ਮਹਾਨੀ। ਕਹਿਣ ਲੱਗਾ ਮਹਾਰਾਜ ਮੇਰੇ ਮਨ ਵਿੱਚ ਬੜੇ ਚਿਰ ਦੀ ਇੱਛਾ ਸੀ ਕਿ ਮੈਨੂੰ ਕੋਈ ਪੂਰਨ ਸੰਤ ਮਿਲੇ, ਮੈਨੂੰ ਕਿਤੇ ਪੂਰੇ ਦੀ ਪ੍ਰਾਪਤੀ ਹੋਵੇ। ਅਬਰਾਵਰ ਪਰ ਭਈ ਪ੍ਰਤੀਤੀ। ਹੁਣ ਮੈਨੂੰ ਤੁਹਾਡੇ ਦਰਸ਼ਨ ਕਰਕੇ ਪੂਰਨ ਭਰੋਸਾ ਵੱਜ ਗਿਆ ਹੈ। ਦਰਸ਼ਨ ਦੇਖ ਪਾ ਮਨ ਯੁਤ ਪ੍ਰੀਤੀ। ਮੈਂ ਬੜੀ ਪ੍ਰੀਤੀ ਦੇ ਨਾਲ ਮਨ ਦੇ ਪ੍ਰੇਮ ਕਰਕੇ ਤੁਹਾਡੇ ਦਰਸ਼ਨ ਕਰ ਰਿਹਾ ਹਾਂ। ਪੂਰਬ ਕਰਮਨ ਕੇ ਫਲ ਪਾਏ। ਮੈਨੂੰ ਪੂਰਬਲੇ ਕਰਮਾਂ ਦਾ ਇਹ ਫਲ ਮਿਲਿਆ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਜਦੋਂ ਪੂਰਬਲੇ ਕਰਮਾਂ ਦੇ ਅੰਕੁਰ ਪ੍ਰਗਟ ਹੋਏ ਨੇ ਤੇ ਫਿਰ ਆਪ ਜੀ ਕਿਰਪਾ ਕਰਕੇ ਮੈਨੂੰ ਮਿਲੇ ਹੋ। ਮੇਰੇ ਤੇ ਤੁਸੀਂ ਬੜੀ ਕਿਰਪਾ, ਬੜਾ ਤਰਸ ਕੀਤਾ ਹੈ। ਪੂਰਨ ਸੰਤ ਮਿਲੇ ਤੁਮ ਆਏ। ਪੂਰਬਲੇ ਕਰਮਾਂ ਕਰਕੇ ਆਪ ਪੂਰਨ ਸੰਤ ਮੈਨੂੰ ਮਿਲੇ ਹੋ। ਇਹ ਕੀ ਪ੍ਰੀਤ ਦੇਖ ਗੁਣ ਖਾਨੀ। ਗੁਣਾਂ ਦੀ ਖਾਨ ਸਤਿਗੁਰਾਂ ਨੇ ਇਹਦੇ ਹਿਰਦੇ ਦਾ ਪ੍ਰੇਮ ਦੇਖਿਆ। ਉਪਦੇਸ਼ੀ ਉਰ ਭਗਤ ਮਹਾਨੀ। ਮਹਾਰਾਜ ਜੀ ਨੇ ਇਹਦੇ ਹਿਰਦੇ ਵਿੱਚ ਭਗਤੀ ਕਰਨ ਦਾ ਉਪਦੇਸ਼ ਦਿੱਤਾ। ਸਗਰੀ ਘਾਲ ਸੰਪੂਰਨ ਕੀਨੀ। ਇਸ ਦੀ ਘਾਲ ਜਿਹੜੀ ਸੀ ਨਾ ਉਹ ਪੂਰੀ ਕਰ ਦਿੱਤੀ। ਇਹ ਤਾਂ ਗੁਰੂ ਕਿਰਪਾ ਕਰੇ ਤੇ ਤਾਂ ਹੀ ਫਿਰ ਘਾਲ ਨੂੰ ਵੀ ਫਲ ਲੱਗਦਾ ਹੈ। ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਅਚਨਚੇਤ ਇਹਦੇ ਤੇ ਬਖਸ਼ਿਸ਼ ਕੀਤੀ ਪਰ ਇਹਦੀ ਕਮਾਈ ਸੀ
ਤੇ ਕਿੰਨੇ ਜਨਮਾਂ ਦੀ ਕਮਾਈ ਹੋਏਗੀ ਜਿਹਦੀ ਘਾਲਨਾ ਨੂੰ, ਜਿਹਦੀ ਕਮਾਈ ਨੂੰ ਸਤਿਗੁਰੂ ਜੀ ਨੇ ਫਲ ਲਾਇਆ ਤੇ ਪੂਰਾ ਕੀਤਾ। ਪ੍ਰਭ ਸਿਮਰਨ ਪੀ ਪ੍ਰੀਤ ਨਵੀਨੀ। ਇਸ ਦੇ ਅੰਦਰ ਸਿਮਰਨ ਕਰਨ ਦੀ ਇੱਕ ਨਵੀਂ ਪ੍ਰੀਤੀ ਜਾਗ ਪਈ। ਇੱਕ ਤਾਂ ਆਪਾਂ ਵੀ ਸਿਮਰਨ ਕਰਦੇ ਹਾਂ, ਬੈਠਦੇ ਹਾਂ, ਪਰ ਹਲੇ ਉਹ ਖੇਡ ਬਣਦੀ ਨਹੀਂ। ਪਰ ਜਦੋਂ ਗੁਰੂ ਕਿਰਪਾ ਕਰੇ ਤੇ ਉਹ ਨਵੀਂ ਪ੍ਰੀਤੀ ਅੰਦਰੋਂ ਜਾਗਦੀ। ਜਦੋਂ ਪ੍ਰੀਤੀ ਦੇ ਨਾਲ ਸਿਮਰਨ ਕੀਤਾ ਜਾਵੇ ਫਿਰ ਉਹਦੀ ਖੇਡ, ਉਹਦਾ ਰਸ ਹੀ ਵੱਖਰਾ ਹੈ। ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ, ਪ੍ਰਭ ਸਿਮਰਨ ਭੀ ਪ੍ਰੀਤ ਨਵੀਨੀ। ਸਿਮਰਨ ਤੇ ਅੱਗੇ ਵੀ ਕਰਦਾ ਹੋਵੇਗਾ, ਸਿਮਰਨ ਕਰਦਿਆਂ ਜਨਮ ਲੰਘੇ ਹੋਣਗੇ। ਜਿਹਦੀ ਘਾਲਣਾ ਨੂੰ ਅੱਜ ਸਫਲ ਹੋਈ, ਅੱਜ ਇਹਦੀ ਘਾਲਣਾ ਪੂਰੀ ਹੋ ਗਈ, ਕਮਾਈ ਇਹਦੀ ਪੂਰੀ ਹੋ ਗਈ। ਪਰ ਅੱਜ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਤੇ ਇਹਦੀ ਜਿਹੜੀ ਸਿਮਰਨ ਕਰਨ ਦੀ ਪ੍ਰੀਤੀ ਸੀ ਉਹ ਨਵੀਨੀ ਨਵੀਂ ਹੋ ਗਈ। ਕਰ ਬਿਨਤੀ ਲੈ ਸਦਨ ਸੁਧਾਰਾ। ਸਤਿਗੁਰਾਂ ਨੂੰ ਬੇਨਤੀ ਕਰਕੇ ਆਪਣੇ ਘਰ ਨੂੰ ਲੈ ਗਿਆ। ਅਦਿਕ ਭਾਵ ਕਰ ਭੋਜਨ ਤਿਆ ਖੁਆਰਾ। ਬੜੇ ਪਿਆਰ ਦੇ ਨਾਲ ਭੋਜਨ ਤਿਆਰ ਕਰਕੇ ਸਤਿਗੁਰਾਂ ਨੂੰ ਛਕਾਇਆ। 3 ਦਿਵਸ ਰਾਖੇ ਹਿਤ ਸੰਗਾ। ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਨੂੰ ਬੇਨਤੀ ਕਰਕੇ 3 ਦਿਨ ਇਸ ਨੇ ਆਪਣੇ ਘਰ ਰੱਖਿਆ। ਯਾਰ ਵਲੀ ਕੋ ਸੁਨਹੁ ਪ੍ਰਸੰਗਾ। ਇਧਰ ਸੰਗਤ ਜੀ, ਕਵੀ ਜੀ ਕਹਿੰਦੇ ਨੇ ਜਿਹੜਾ ਯਾਰ ਵਲੀ ਮੁਗਲ ਸੀ, ਜਿਹਨੂੰ ਗੁਰਦੇਵ ਨੇ ਨਿਹਾਲ ਕੀਤਾ ਸੀ ਕੰਧਾਰ ਪਹੁੰਚਦਿਆਂ ਹੀ, ਤੇ ਉਹਦਾ ਵੀ ਜਿਹੜਾ ਅੱਗੇ ਪ੍ਰਸੰਗ ਹੈ ਉਹ ਸਰਵਣ ਕਰੋ। ਸ਼ੇਖ ਸ਼ਹਰਫ ਇਕ ਤਿਹ ਕੋ ਮੀਤਾ। ਇਹ ਜਿਹੜਾ ਯਾਰ ਵਲੀ ਗੁਰੂ ਸਾਹਿਬ ਨੇ ਜਿਹਨੂੰ ਨਿਹਾਲ ਕੀਤਾ ਸੀ, ਇਹਦਾ ਇੱਕ ਮਿੱਤਰ ਸੀ ਜਿਹਦਾ ਨਾਮ ਸੀ ਸ਼ਾਹ ਸ਼ਰਫ। ਪਛਚਤ ਹੁਤੇ ਪਰਚਤ ਹੁਤੇ ਕਰਤ ਹਿਤ ਚੀਤਾ। ਇੱਕ ਦੂਜੇ ਨਾਲ ਬੜਾ ਪ੍ਰੇਮ ਕਰਦੇ ਸੀ ਤੇ ਗੱਲਾਂ ਬਾਤਾਂ ਕਰਕੇ ਆਪਣੇ ਮਨ ਨੂੰ ਪਰਚਾਉਂਦੇ ਸੀ। ਦੋਹਰਾ ਜਬ ਸ੍ਰੀ ਗੁਰ ਮਿਲ ਕੈ ਗਏ। ਜਦੋਂ ਸਤਿਗੁਰੂ ਯਾਰ ਵਲੀ ਨੂੰ ਨਿਹਾਲ ਕਰਕੇ ਗਏ ਨੇ, ਪੀਛੇ ਆਇਓ ਸੋਏ। ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਇਹ ਯਾਰ ਵਲੀ ਦਾ ਮਿੱਤਰ ਸ਼ੇਖ ਸ਼ਰਫ ਜਾਂ ਸ਼ਾਹ ਸ਼ਰਫ ਇਹ ਇਹਨੂੰ ਮਿਲਣ ਆਇਆ ਹੈ। ਹੋਇਓ ਮਗਨ ਬਿਲੋਕ ਕਾ। ਇਹਨੇ ਦੇਖਿਆ ਕਿ ਯਾਰ ਵਲੀ ਜਿਹੜਾ ਹੈ ਉਹ ਬੜਾ ਮਗਨ ਹੋਇਆ ਪਿਆ ਹੈ। ਬੂਝਿਓ ਬਚਨ ਬੁਗੋਏ। ਤੇ ਯਾਰ ਵਲੀ ਦੀ ਇਹ ਹਾਲਤ ਦੇਖ ਕੇ, ਇਹਨੂੰ ਮਸਤ ਦੇਖ ਕੇ, ਇਹਨੂੰ ਜੁੜਿਆ ਹੋਇਆ ਦੇਖ ਕੇ, ਕਿਉਂਕਿ ਜਦੋਂ ਗੁਰੂ ਦੀ ਕਿਰਪਾ ਹੋਵੇ, ਬਖਸ਼ਿਸ਼ ਹੋਵੇ, ਰਹਿਮਤ ਵਰਤੀ ਹੋਵੇ ਤੇ ਉਹਦੇ ਚਿਹਰੇ ਦੀ ਫਿਰ ਝਲਕ ਹੀ ਐਸੀ ਹੁੰਦੀ ਹੈ ਕਿ ਉਹਦੇ ਦਰਸ਼ਨ ਵੀ ਜਿਹੜੇ ਹਨ ਉਹ ਚਿੱਤ ਨੂੰ ਪ੍ਰਸੰਨ ਕਰ ਦਿੰਦੇ। ਜਦੋਂ ਜੁੜਿਆ ਹੋਇਆ ਲਾਗੇ ਕਮਾਈ ਵਾਲਿਆਂ ਦੇ ਦਰਸ਼ਨ ਕਰੀਦੇ ਨੇ, ਉਹਨਾਂ ਦੇ ਦਰਸ਼ਨਾਂ ਦੇ ਵਿੱਚੋਂ ਵੀ ਆਪਣੀ ਅੰਦਰਲੀ ਆਤਮਾ ਨੂੰ ਪ੍ਰਸੰਨਤਾ, ਖੁਸ਼ੀ ਮਿਲਦੀ। ਸ਼ਾਹ ਸ਼ਰਫ ਅੱਗੇ ਵੀ ਆਉਂਦਾ ਸੀ, ਪਰ ਅੱਗੇ ਬੈਠ ਕੇ ਗੱਲਾਂ ਬਾਤਾਂ ਕਰਦੇ ਚਿੱਤ ਨੂੰ ਪਰਚਾਉਂਦੇ ਸੀ। ਅੱਜ ਯਾਰ ਵਲੀ ਦੇ ਚਿਹਰੇ ਵੱਲ ਤੱਕਿਆ, ਅੱਜ ਵੱਖਰੀ ਹੀ ਦੇ ਚਿਹਰੇ ਦੇ ਉੱਤੇ ਲਾਲੀ ਨੂਰ ਦੇਖਿਆ ਤੇ ਜਿਹੜਾ ਸ਼ਾਹ ਸ਼ਰਫ ਯਾਰ ਵਲੀ ਦਾ ਮਿੱਤਰ ਸੀ ਇਹਨੂੰ ਪੁੱਛਣ ਲੱਗਾ, ਚੌਪਈ ਕੌਣ ਹਾਲ ਤੁਮ ਭਏ دیਵਾਨੇ। ਕਹਿਣ ਲੱਗਾ ਕਿ ਇਹ ਤੇਰਾ ਹਾਲ ਕਿਹਨੇ ਕੀਤਾ ਹੈ, ਤੂੰ ਇੰਨਾ ਮਸਤ ਹੋਇਆ ਹੈ। ਜਗ ਵਿਵਹਾਰ ਸਰਬ ਬਿਸਰਾਨੇ। ਆ ਜਗਤ ਦੇ ਜਿਹੜੇ ਵਿਵਹਾਰ ਨੇ ਉਹ ਤਾਂ ਤੈਨੂੰ ਸਾਰੇ ਹੀ ਭੁੱਲ ਗਏ ਨੇ। ਭਾਵ ਜਿਹੜੀ ਮਨ ਦੀ ਜਿਹੜੀ ਪ੍ਰੀਤੀ ਹੈ ਨਾ, ਉਹ ਖੁਦਾ ਦੇ ਵਿੱਚ ਸਿਮਰਨ ਦੇ ਵਿੱਚ ਜੁੜੀ ਹੋਣ ਕਰਕੇ ਜਿਹੜਾ ਤੇਰਾ ਚਿਹਰਾ ਹੈ ਉਹ ਇੰਨਾ ਖਿੜਿਆ ਹੋਇਆ ਹੈ, ਇੰਨਾ ਤੂੰ ਮਸਤ ਹੋਇਆ ਪਿਆ ਹੈ। ਤੇਰੀ ਹਾਲਤ ਹੋਈ ਕਿਸ ਤਰ੍ਹਾਂ ਹੈ? ਕਾਲ ਔਰ ਵਿਦਿਆਉਰੇ ਆਜਾ। ਪਹਿਲਾਂ ਹੋਰ ਸੀ ਜਦੋਂ ਤੈਨੂੰ ਮੈਂ ਦੇਖਿਆ, ਤੇ ਅੱਜ ਤੈਨੂੰ ਦੇਖਿਆ ਕਿ ਤੂੰ ਹੋਰ ਤਰ੍ਹਾਂ ਦਿਸਦਾ ਹੈ। ਕੋ ਤੁਹ ਮਿਲਿਓ ਭਇਓ ਅਸ ਕਾਜਾ। ਦੱਸ ਤੈਨੂੰ ਮਿਲਿਆ ਕੌਣ ਹੈ ਜਿਹਦੇ ਕਰਕੇ ਤੂੰ ਇਸ ਤਰ੍ਹਾਂ ਦਾ ਬਣ ਗਿਆ ਹੈ? ਯਾਰ ਵਲੀ ਤੇ ਸੰਗ ਬੁਗੋਵਾ। ਸੁਣ ਕੇ ਇਹ ਯਾਰ ਵਲੀ ਆਪਣੇ ਮਿੱਤਰ ਸ਼ੇਖ ਸ਼ਰਫ ਨੂੰ ਦੱਸਣ ਲੱਗਾ, ਜਗ ਕੋ ਮੈਂ ਮੁਰੀਦ ਲਖ ਹੋਵਾ। ਕਹਿਣ ਲੱਗਾ ਕਿ ਫਿਰ ਪੜਿਓ ਜਗ ਕੋ ਮੈਂ ਮੁਰੀਦ ਲਖ ਹੋਵਾ। ਹਾਂ, ਮੈਂ ਇੱਕ ਦਾ ਮੁਰੀਦ ਬਣ ਗਿਆ ਹਾਂ। ਹੈ ਫਕੀਰ ਪੀਰ ਜੋ ਮੇਰੂ। ਜਿਹੜਾ ਮੇਰਾ ਪੀਰ ਹੈ ਨਾ ਉਹ ਪੂਰਨ ਫਕੀਰ ਹੈ ਤੇ ਉਹਦਾ ਗੁਰੂ ਇੱਕ ਪਰਮਾਤਮਾ, ਇੱਕ ਖੁਦਾ ਹੈ। ਹਾਲ ਪਿਓ ਅੱਜ ਅਸ ਦਰਸ਼ਨ ਹੇਰੂ। ਉਸ ਪੀਰ ਦੇ ਦਰਸ਼ਨ ਕਰਕੇ ਮੇਰਾ ਇਹ ਹਾਲ ਹੋਇਆ, ਮੈਂ ਨਿਹਾਲ ਹੋਇਆ। ਜਿਹੜੀ ਝਲਕ ਅੱਜ ਮੇਰੇ ਚਿਹਰੇ ਤੋਂ ਦਿਖ ਰਹੀ ਹੈ ਨਾ, ਉਹਦੇ ਦਰਸ਼ਨਾਂ ਕਰਕੇ ਇਹ ਬਖਸ਼ਿਸ਼ ਮੈਨੂੰ ਮਿਲੀ ਹੈ। ਕਰੁਣਾ ਦ੍ਰਿਸ਼ਟ ਧਾਰ ਕੈ ਮੋਹ ਪਰ। ਉਸ ਪੀਰ ਨੇ ਮੇਰੇ ਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ। ਦੀਨੋ ਗਿਆਨ ਮੋਹ ਮਨ ਕੋ ਹਰ। ਤੇ ਮੇਰੇ ਮਨ ਦੇ ਵਿੱਚੋਂ ਮੋਹ ਨੂੰ ਨਾਸ਼ ਕਰ ਦਿੱਤਾ ਏ, ਮੇਰੇ ਹਿਰਦੇ ਨੂੰ ਗਿਆਨ ਦਿੱਤਾ ਹੈ। ਪੂਜਾ ਸ਼ੇਖ ਸੋ ਕੁਜਾ ਸੁਧਾਇਓ। ਇਹ ਯਾਰ ਵਲੀ ਨੂੰ ਪੁੱਛਣ ਲੱਗਾ ਸ਼ੇਖ ਸ਼ਰਫ, ਪੁੱਛਦਾ ਹੈ ਕਿ ਦੱਸ, ਬੂਝੈ ਸ਼ੇਖ ਸੋ ਕੁਜਾ ਸਿਧਾਇਓ।
ਇਹ ਦੱਸ ਕਿ ਤੂੰ ਤੇਰਾ ਜਿਹੜਾ ਉਹ ਪੀਰ ਹੈ ਉਹ ਕਿੱਧਰ ਨੂੰ ਗਿਆ ਹੈ। ਦਿਖ ਰਾਵੋ ਅਸ ਜਾਹੇ ਬਨਾਇਓ, ਤੇ ਜਿਸ ਦੇ ਦਰਸ਼ਨਾਂ ਨੇ ਤੇਰਾ ਇਹ ਹਾਲ ਕੀਤਾ ਹੈ। ਯਾਰ ਵਲੀ ਕਹਿ ਭਾਉ ਧਰੀਜੈ, ਯਾਰ ਵਾਲੀ ਕਹਿਣ ਲੱਗਾ ਤੂੰ ਆਪਣੇ ਹਿਰਦੇ ਵਿੱਚ ਪ੍ਰੇਮ ਰੱਖ। ਮਿਲਹਿ ਆਏ ਸੋ ਆਪ ਲਖੀਜੈ, ਉਹ ਪੂਰਨ ਹਨ। ਜਿਹੜਾ ਪੂਰਾ ਹੋਵੇ ਨਾ ਉਹਨੂੰ ਕਿਤੋਂ ਬਾਹਰੋਂ ਆਵਾਜ਼ ਦੇਣ ਦੀ ਲੋੜ ਨਹੀਂ ਪੈਂਦੀ। ਉਹਦੀ ਪ੍ਰਾਪਤੀ ਕਰਨ ਵਾਸਤੇ ਬਸ ਅੰਦਰਲੀ ਬਿਰਤੀ ਨੂੰ ਟਿਕਾਉਣ ਦੀ ਲੋੜ ਹੈ। ਤੂੰ ਉਹਨੂੰ ਆਪਣੇ ਹਿਰਦੇ 'ਚ ਯਾਦ ਕਰ, ਆਪਣੇ ਮਨ 'ਚ ਯਾਦ ਕਰ, ਉਹ ਤੈਨੂੰ ਇੱਥੇ ਆ ਕੇ ਦਰਸ਼ਨ ਦੇਣਗੇ। ਸੁਣਤ ਬਚਨ ਦੇ ਧਰਨਾ ਬੈਸਾ, ਇਹ ਬਚਨ ਸੁਣ ਕੇ ਜਿਹੜਾ ਸ਼ੇਖ ਸ਼ਰਫ ਸੀ ਨਾ, ਯਾਰ ਵਲੀ ਦੇ ਬਚਨ ਸੁਣ ਕੇ ਉੱਥੇ ਬੈਠ ਹੀ ਗਿਆ। ਇੱਥੇ ਕਵੀ ਜੀ ਲਿਖਦੇ ਧਰਨਾ ਬੈਸਾ, ਜਿਸ ਤਰ੍ਹਾਂ ਕੋਈ ਕਿਸੇ ਵਸਤੂ ਦੀ ਪ੍ਰਾਪਤੀ ਵਾਸਤੇ ਧਰਨਾ ਲਾ ਕੇ ਬੈਠ ਜਾਂਦੇ ਨੇ ਕਿ ਸਾਨੂੰ ਇਹ ਵਸਤੂ ਦੀ ਲੋੜ ਹੈ, ਤੇ ਕਈ ਵਾਰ ਸਰਕਾਰਾਂ ਨੂੰ ਵੀ ਉਹ ਜਿਹੜੀਆਂ ਮੰਗਾਂ ਮੰਨਣੀਆਂ ਹੀ ਪੈਂਦੀਆਂ। ਤੇ ਜਿਹੜੇ ਪ੍ਰਮਾਤਮਾ ਦੇ ਪਿਆਰੇ ਨੇ ਨਾ, ਉਹ ਫਿਰ ਹੱਠ ਕਰਕੇ ਬੈਠ ਜਾਂਦੇ ਨੇ ਕਿ ਅਸੀਂ ਤੇਰੇ ਦੀਦਾਰ ਕਰਕੇ ਹੀ ਹੁਣ ਹੋਰ ਕੁਝ ਕਰਾਂਗੇ। ਜਿਸ ਤਰ੍ਹਾਂ ਗੁਰੂ ਕਲਗੀਧਰ ਸਾਹਿਬ ਜੀ ਦੇ ਦਰਸ਼ਨ ਪੀਰ ਭੀਖਣ ਸ਼ਾਹ ਜੀ ਨੇ ਕੀਤੇ ਸੀ, ਉਹ ਵੀ ਤਾਂ ਹੱਠ ਧਾਰ ਕੇ ਬੈਠ ਗਏ ਕਿ ਜਿੰਨਾ ਚਿਰ ਦਰਸ਼ਨ ਨਹੀਂ ਹੋਣਗੇ ਉਹਨਾਂ ਚਿਰ ਪਾਣੀ ਦਾ ਘੁੱਟ ਮੂੰਹ ਨੂੰ ਨਹੀਂ ਲਾਵਾਂਗਾ। ਫਿਰ ਐਸੇ ਜਿਹੜੇ ਪਿਆਰ ਵਾਲੇ ਨੇ ਉਹਨਾਂ ਨੂੰ ਮਾਲਕ ਦੇ ਦਰਸ਼ਨ ਹੁੰਦੇ ਨੇ, ਪਰ ਜਿਹੜੇ ਤਰਕਾਂ ਵਿੱਚ ਪੈ ਕੇ ਕਹਿੰਦੇ ਨੇ ਕਿ ਪ੍ਰਮਾਤਮਾ ਪ੍ਰਭੂ ਹੈ ਕਿੱਥੇ, ਇੱਥੇ ਤਾਂ ਇੰਨੀ ਕਮਾਈ ਵਾਲਿਆਂ ਨੂੰ ਦਰਸ਼ਨ ਹੁੰਦੇ ਨੇ ਤੇ ਤਰਕ ਵਾਲਿਆਂ ਨੂੰ ਕੀ ਝਲਕ ਮਿਲਣੀ ਹੈ। ਉਹਨਾਂ ਦਾ ਤੇ ਮਨ, ਉਹਨਾਂ ਦਾ ਅੰਦਰ ਤਾਂ ਤਰਕ ਨਾਲ ਭਰਿਆ ਰਹੋ ਵਿਚਾਰ। ਯਾਰ ਵਲੀ ਦੀ ਇਹ ਗੱਲ ਸੁਣ ਕੇ ਜਦੋਂ ਉਹਨੇ ਕਿਹਾ ਨਾ ਕਿ ਉਹ ਪੀਰ ਦੇ ਦਰਸ਼ਨ ਕਰਨੇ ਨੇ ਤੇ ਆਪਣੇ ਅੰਦਰ ਨੂੰ ਟਿਕਾ, ਉਹ ਇੱਥੇ ਹੀ ਆ ਕੇ ਤੈਨੂੰ ਦਰਸ਼ਨ ਦੇਣਗੇ। ਇਹ ਸੁਣ ਕੇ ਸ਼ੇਖ ਸ਼ਰਫ ਜਿਹੜਾ ਸੀ ਉੱਥੇ ਬੈਠ ਗਿਆ ਹੈ। ਕਹੈ ਉਠੋ ਪਿਖ ਕੈ ਉਹ ਕੈਸਾ, ਕਹਿਣ ਲੱਗਾ ਯਾਰ ਵਲੀ ਆਪਣੇ ਮਿੱਤਰ ਨੂੰ ਕਹਿੰਦਾ ਹੁਣ ਤੇ ਮੈਂ ਦੇਖ ਕੇ ਹੀ ਉੱਠਾਂਗਾ ਕਿ ਉਹ ਪੀਰ ਕੈਸੇ ਹਨ। ਆਗੈ ਮਿਲ ਕੈ ਜਾਵਤ ਧਾਮੂ, ਮੈਂ ਉਹਨਾਂ ਨੂੰ ਮਿਲ ਕੇ ਉਹਨਾਂ ਦੇ ਦਰਸ਼ਨ ਕਰਕੇ ਹੀ ਵਾਪਸ ਘਰ ਨੂੰ ਮੁੜਾਂਗਾ। ਬੈਠ ਰਹਿਓ ਤਹ ਦੇਖਣ ਕਾਮੂ, ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਮਹਾਰਾਜ ਨੂੰ ਦੀਦਾਰ ਕਰਨ ਲਈ ਬੈਠ ਗਿਆ। ਜਬ ਹੀ ਦਿਵਸ ਬਤੀਤੇ ਚਾਰ, ਜਦੋਂ ਇਸ ਨੂੰ ਬੈਠਿਆਂ 4 ਦਿਨ ਬਤੀਤ ਹੋਏ ਨੇ। ਆਏ ਸ੍ਰੀ ਗੁਰ ਕਰੁਣਾ ਧਾਰ, ਹੁਣ ਪੂਰਾ ਹੈ ਜਿਹਨੂੰ ਯਾਦ ਕਰ ਰਹੇ ਨੇ, ਮਨ ਕਰਕੇ ਸਤਿਗੁਰਾਂ ਨੂੰ ਯਾਦ ਕਰਦਾ ਹੈ ਤੇ ਪੂਰੇ ਸਤਿਗੁਰੂ ਜਦ 4 ਦਿਨ ਇਹਨੂੰ ਬੈਠਿਆਂ ਨੂੰ ਬਤੀਤ ਹੋਏ ਤੇ ਸਤਿਗੁਰੂ ਉੱਥੇ ਆ ਗਏ। ਦੇਖਿਓ ਯਾਰ ਵਲੀ ਤਬ ਗੁਰ ਕੋ, ਜਦੋਂ ਯਾਰ ਵਲੀ ਨੇ ਸਤਿਗੁਰਾਂ ਨੂੰ ਆਉਂਦਿਆਂ ਤੱਕਿਆ ਹੈ, ਤੂਰਨ ਉਠਿਓ ਪ੍ਰੇਮ ਕਰ ਉਰ ਕੋ, ਬੜੇ ਹਿਰਦੇ ਨੂੰ, ਆਪਣੇ ਹਿਰਦੇ ਨੂੰ ਪਿਆਰ ਦੇ ਨਾਲ ਭਰ ਲਿਆ ਤੇ ਬੜੀ ਛੇਤੀ ਉੱਠਿਆ ਹੈ। ਕੀਏ ਬੰਦਨ ਜੁਗ ਪਦ ਅਰਬਿੰਦਾ, ਸਤਿਗੁਰਾਂ ਦੇ ਚਰਨਾਂ ਕਮਲਾਂ ਉੱਤੇ ਨੇ ਸਿਰ ਰੱਖਿਆ ਤੇ ਨਮਸਕਾਰ ਕੀਤੀ ਹੈ। ਬਹਿ ਸਾਰੇ ਪੁਨ ਆਨੰਦ ਕੰਦਾ, ਆਨੰਦ ਦੇ ਬਦਲ ਸਤਿਗੁਰਾਂ ਨੂੰ ਆਪਣੇ ਘਰ ਵਿੱਚ ਬਿਠਾਇਆ ਹੈ। ਸ਼ੇਖ ਸ਼ਰਫ ਪੁਨ ਬਾਣੀ ਭਾਖੀ, ਫਿਰ ਜਿਹੜਾ ਸ਼ੇਖ ਸ਼ਰਫ ਸੀ ਮਹਾਰਾਜ ਦੇ ਦਰਸ਼ਨ ਕਰਕੇ ਕਹਿਣ ਲੱਗਾ ਗਫਨੀ ਕਰਦ ਚਕਾਰ ਜੋ ਰਾਖੀ। ਹੁਣ ਕੁਝ ਸਵਾਲ ਇਸ ਸ਼ੇਖ ਸ਼ਰਫ ਨੇ ਸਤਿਗੁਰਾਂ ਨੂੰ ਕੀਤੇ ਨੇ ਕਿ ਮੇਰੇ ਮਨ ਦੇ ਜਿਹੜੇ ਇਹ ਭਰਮ ਹਨ, ਭੁਲੇਖੇ ਨੇ, ਦੂਰ ਹੋ ਜਾਣ ਕਿ ਪੂਰੇ ਹੀ ਹਨ। ਪਹਿਲਾਂ ਤੇ ਧਰਨਾ ਲਾ ਕੇ ਬੈਠ ਗਿਆ, ਮਨ ਵਿੱਚ ਧਾਰ ਕੇ ਬੈਠ ਗਿਆ, ਆਉਣਗੇ ਤਾਂ ਮੈਂ ਘਰ ਨੂੰ ਪਰਤਾਂਗਾ। ਹੁਣ ਸਤਿਗੁਰੂ ਆਏ ਨੇ, ਇਹਨੇ ਸਵਾਲ ਇਹ ਕੀਤਾ, ਕਹਿੰਦਾ ਦੱਸੋ ਖਫਨੀ ਕਰਦ ਚਕਾਰ ਜੋ ਰਾਖੀ, ਇਹ ਦੱਸੋ ਕਿ ਜਿਹੜੀ ਤੁਸੀਂ ਖਫਣੀ ਆ ਕੋਲ ਰੱਖੀ ਹੈ, ਕਾਦੇ ਵਾਸਤੇ ਰੱਖੀ ਹੈ? ਗੁਰੂ ਮਾਇਨਾ ਤਾਹੇ ਬਤਾਏ, ਜਿਹੜੀ ਖਫਣੀ ਹੈ ਉਹ ਕਿਸ ਲਈ ਹੈ? ਤੇ ਗੁਰੂ ਸਾਹਿਬ ਜੀ ਨੇ ਇਸ ਦਾ ਅਰਥ ਦੱਸਿਆ ਹੈ। ਖਫਨੀ ਹੋਏ ਗਰ ਖੌਫ ਖੁਦਾਏ, ਗੁਰਦੇਵ ਕਹਿਣ ਲੱਗੇ ਜਿਹੜੀ ਖਫਨੀ ਹੈ ਨਾ, ਇਹ ਖੁਦਾ ਦਾ ਖੌਫ ਦਿੰਦੀ ਹੈ। ਜੀਵਤ ਮਿਰਤਕ ਜਗਤ ਹੋਇਆ ਰਹੀਏ, ਤੇ ਜਿਉਂਦਿਆਂ ਜੀ ਜਗਤ ਦੇ ਵਿੱਚ ਆਪਣੇ ਆਪ ਨੂੰ ਮਰੇ ਹੋਏ ਸਮਝੀਏ। ਹੱਕ ਪਛਾਨ ਸਰਬ ਸੁਖ ਲਹੀਏ, ਇੱਕ ਖੁਦਾ ਨੂੰ ਜਾਣ ਕੇ, ਪਰਮੇਸ਼ਰ ਨੂੰ ਜਾਣ ਕੇ ਸਰਬ ਸੁਖ ਲਈਏ, ਸਾਰੇ ਸੁਖ ਪਾ ਲਈਦੇ ਨੇ। ਜਲ ਕੇ ਵਿਖਿਆ ਡੂਬ ਜੋ ਤਰਹੀ, ਜਿਹੜਾ ਕੋਈ ਤਰਨਾ ਸਿੱਖਣਾ ਹੋਵੇ ਨਾ ਕਿਸੇ ਨੇ, ਉਹ ਪਹਿਲਾਂ ਪਾਣੀ ਦੇ ਵਿੱਚ ਗੋਤੇ ਵੀ ਖਾਂਦਾ ਹੈ, ਪਾਣੀ ਵਿੱਚ ਡੁੱਬਦਾ ਵੀ ਹੈ, ਬਾਹਰ ਨਾ ਡੁੱਬਣ ਕੋ ਡਰ ਕਰਹੀ। ਪਰ ਜਦੋਂ ਉਹਨੂੰ ਤਰਨ ਦੀ ਜਾਚ ਆਵੇ ਤੇ ਫਿਰ ਡੁੱਬਣ ਦਾ ਡਰ ਮਨ ਵਿੱਚੋਂ ਨਿਕਲ ਜਾਂਦਾ ਹੈ। ਨਦੀ ਸਰਬ ਅਰ ਸਾਗਰ ਮਾਹੀ, ਇਸੇ ਤਰ੍ਹਾਂ ਫਿਰ ਉਹ ਨਦੀਆਂ ਵਿੱਚ, ਸਮੁੰਦਰਾਂ ਦੇ ਵਿੱਚ ਤਰਤ ਸਰਬ ਕਰ ਪਰ ਕਬ ਨਾ ਡੁਬਾਹੀ। ਸਾਰੀਆਂ ਨਦੀਆਂ ਨੂੰ, ਸਾਰੇ ਸਮੁੰਦਰਾਂ ਨੂੰ ਤਰ ਕੇ ਪਾਰ ਹੋ ਜਾਂਦਾ ਹੈ, ਡੁੱਬਦਾ ਨਹੀਂ ਹੈ। ਜੈਸੇ ਮਿਰਤਕ ਭਏ ਸੋ ਜੋ ਜੀਵਤ, ਇਸੇ ਤਰ੍ਹਾਂ ਗੁਰਦੇਵ ਕਹਿੰਦੇ ਹਨ ਜਿਹੜੇ ਜਿਉਂਦਿਆਂ ਜੀ
ਗੁਰੂ ਦਾ, ਪਰਮਾਤਮਾ ਦਾ, ਪ੍ਰਭੂ ਦਾ ਖੌਫ ਆਪਣੇ ਅੰਦਰ ਰੱਖਦੇ ਨੇ ਤੇ ਨਿਮਰਤਾ ਦੇ ਵਿੱਚ ਆ ਕਰਕੇ ਆਪਣੇ ਸਰੀਰ ਨੂੰ ਮੁਰਦਾ ਜਾਣਦੇ ਹਨ। ਹੁਣ ਤਿਨ ਨਹਿ ਮਿਰਤ ਕੋ ਦੁਖ ਥੀਵਤ। ਉਹਨਾਂ ਨੂੰ ਫਿਰ ਕਦੇ ਮੌਤ ਦਾ ਦੁੱਖ ਜਿਹੜਾ ਉਹ ਮਹਿਸੂਸ ਨਹੀਂ ਹੁੰਦਾ। ਜਿਹੜੇ ਬਚਨ ਆਪਾਂ ਬਾਣੀ ਅੰਦਰ ਪੜ੍ਹਦੇ ਆ ਨਾ ਕਿ ਅੱਖੀਂ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ, ਜੀਭੈ ਬਾਝੋਂ ਬੋਲਣਾ ਵਿਣ ਹੱਥਾਂ ਕਰਨਾ, ਪੈਰਾਂ ਬਾਝੋਂ ਚੱਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੈ ਤਉ ਖਸਮੈ ਮਿਲਣ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣ। ਜਿਹੜਾ ਮੁਰੀਦ ਹੈ ਉਹ ਗੁਰੂ ਦੇ ਅੱਗੇ ਆਪਣੇ ਆਪ ਨੂੰ ਮੁਰਦਾ ਜਾਣੇ, ਕਿਉਂਕਿ ਜੋ ਗੁਰੂ ਹੁਕਮ ਕਰੇ ਉਹ ਹੁਕਮ ਦੇ ਵਿੱਚ ਆਪਣੀ ਕਾਰ ਕਰੇ। ਆਪਣੇ ਸਰੀਰ ਨੂੰ ਮੁਰਦਾ ਜਾਣਨ ਤੋਂ ਭਾਵ ਹੈ ਕਿ ਆਪਣੀ ਮਨਮਤ ਦਾ ਤਿਆਗ ਕਰ ਦੇਣਾ। ਇਹ ਨਹੀਂ ਕਿ ਕੰਨਾਂ ਨੂੰ ਅੱਜ ਸਕੂਨ ਮਿਲ ਰਿਹਾ ਹੈ ਚੁਗਲੀ ਨਿੰਦਿਆ ਸੁਣ ਕੇ ਤੇ ਉਧਰ ਲਾ ਦੇਣੇ। ਜੇ ਜ਼ੁਬਾਨ ਨੇ ਕਿਹਾ ਕਿ ਮੈਂ ਨਿੰਦਿਆ ਕਰਾਂ, ਮਾੜੇ ਬੋਲ ਬੋਲਾਂ ਤੇ ਉਧਰ ਨੂੰ ਲਾ ਦੇਣੀ। ਪੈਰਾਂ ਨੇ ਕਿਹਾ ਮਾੜੇ ਪਾਸੇ ਚਲੀਏ ਤੇ ਉਧਰ ਨੂੰ ਤੁਰ ਪੈਣਾ ਨਹੀਂ। ਆਪਣੇ ਸਰੀਰ ਨੂੰ, ਆਪਣੀਆਂ ਇੰਦਰੀਆਂ ਨੂੰ ਆਪਣੇ ਕਾਬੂ ਦੇ ਵਿੱਚ ਰੱਖਣਾ, ਆਪਣੇ ਮਨ ਨੂੰ ਵਸ ਦੇ ਵਿੱਚ ਰੱਖਣਾ, ਭਾਵ ਕਿ ਮੁਰਦਾ ਹੋਇਆ ਆਪਣੇ ਸਰੀਰ ਨੂੰ ਸਮਝਣਾ ਆਪਣੇ ਗੁਰੂ ਦੇ ਅੱਗੇ। ਗੁਰਦੇਵ ਕਹਿੰਦੇ ਨੇ ਜਿਹੜਾ ਇੱਕ ਵਾਰੀ ਤਰਨਾ ਜਾਣ ਲੈਂਦਾ ਹੈ ਉਹ ਫਿਰ ਨਦੀਆਂ ਨੂੰ, ਸਮੁੰਦਰਾਂ ਨੂੰ ਤਰ ਕੇ ਪਾਰ ਕਰ ਲੈਂਦਾ ਹੈ, ਕਦੇ ਡੁੱਬਦਾ ਨਹੀਂ। ਇਸੇ ਤਰ੍ਹਾਂ ਜਿਹੜਾ ਸ਼ਬਦ ਦੀ ਕਮਾਈ ਨਾਲ, ਬਰਕਤ ਦੇ ਨਾਲ ਪੂਰੇ ਗੁਰੂ ਦਾ ਪੱਲਾ ਫੜ ਕੇ ਸ਼ਬਦ ਰੂਪੀ ਜਹਾਜ਼ ਦੇ ਉੱਤੇ ਆਪਣੀ ਸੁਰਤ ਨੂੰ ਸਵਾਰ ਕਰ ਲੈਂਦਾ ਹੈ ਨਾ, ਜਿਉਂਦਿਆਂ ਜੀ ਜਿਹੜਾ ਆਪਣਾ ਆਪ ਮਾਰ ਲੈਂਦਾ ਹੈ, ਉਹਨੂੰ ਫਿਰ ਮਰਨ ਦਾ ਡਰ ਨਹੀਂ ਰਹਿੰਦਾ। ਗੁਰਦੇਵ ਦੇ ਬਚਨ ਬਾਣੀ ਅੰਦਰ ਆਪਾਂ ਪੜ੍ਹਦੇ ਹਾਂ, ਜਿਨ੍ਹਾਂ ਨੇ ਜੀਵਤ ਆਪਣੇ ਆਪ ਨੂੰ ਮਾਰ ਦਿੱਤਾ ਹੈ ਉਹਨਾਂ ਨੂੰ ਫਿਰ ਮੌਤ ਦਾ ਕਾਹਦਾ ਡਰ, ਐਸੇ ਮਰੋ ਫਿਰ ਬਹੁਰ ਨਾ ਮਰਨ। ਜਿਨ੍ਹਾਂ ਨੂੰ ਮਰਨ ਦੀ ਜਾਚ ਆ ਗਈ, ਜਿਨ੍ਹਾਂ ਨੇ ਸ਼ਬਦ ਦੀ ਕਮਾਈ ਦੇ ਨਾਲ ਆਪਣੇ ਇੰਦਰੀਆਂ ਨੂੰ ਵਸ ਵਿੱਚ ਕਰ ਲਿਆ, ਉਹਨਾਂ ਨੂੰ ਫਿਰ ਮੌਤ ਦਾ ਡਰ ਨਹੀਂ ਲੱਗਦਾ। ਇਹ ਉਪਦੇਸ਼ ਸਤਿਗੁਰਾਂ ਨੇ ਦਿੱਤਾ ਹੈ। ਆਪਾ ਕਬ ਨ ਜਨਾਵੋ ਕਾਕੂ। ਗੁਰਦੇਵ ਕਹਿਣ ਲੱਗੇ ਕਦੇ ਵਾਸਤੇ ਆਪਣਾ ਆਪ ਕਿਸੇ ਦੂਜੇ ਨੂੰ ਨਾ ਜਣਾਵੋ। ਹੋਏ ਰਹੋ ਸਭ ਕੀ ਪਗ ਖਾਕੂ। ਤੇ ਜਿਹੜਾ ਮੁਰਦਾ ਏ ਉਹ ਕਦੇ ਆਪਣਾ ਆਪ ਜਣਾਉਂਦਾ ਏ? ਕਦੇ ਮੁਰਦੇ ਨੇ ਕਿਸੇ ਚੀਜ਼ ਦਾ ਮਾਣ ਕੀਤਾ ਏ? ਆ ਮਾਣ ਤਾਂ ਸਿਰਫ ਇੱਕ ਮਿੱਟੀ ਦਾ ਖਲੜਾ ਕਰੇਗਾ ਕਿ ਮੈਂ ਆਹ ਕਰਾਂਗਾ, ਮੈਂ ਉਹ ਕਰਾਂਗਾ, ਮੇਰੇ ਵਿੱਚ ਇੰਨੀ ਤਾਕਤ ਹੈ, ਮੈਂ ਆਹ ਕਰ ਸਕਦਾ। ਕਦੇ ਮੁਰਦੇ ਨੇ ਮਾਣ ਨਹੀਂ ਕੀਤਾ। ਜੇ ਮੁਰਦੇ ਨੂੰ ਕਬਰ ਦੇ ਵਿੱਚ ਪਾ ਦਿੱਤਾ, ਲਟਾ ਦਿੱਤਾ ਤੇ ਉਹਦੇ ਵਿੱਚ ਹੀ ਪਿਆ ਰਹਿੰਦਾ। ਜਿਸ ਤਰ੍ਹਾਂ ਪਾਇਆ ਹੈ ਤੇ ਮੁਰਦਾ ਉਸੇ ਤਰ੍ਹਾਂ ਹੀ ਰੱਖ ਦਈਦਾ, ਮੁਰਦਾ ਹਿਲਦਾ ਨਹੀਂ। ਇਸੇ ਤਰ੍ਹਾਂ ਗੁਰਦੇਵ ਕਹਿੰਦੇ ਕਦੇ ਵਾਸਤੇ ਆਪਾ ਕਬ ਨਾ ਜਨਾਵਨ ਕਾਕੂ। ਕਦੇ ਦੂਜੇ ਨੂੰ ਆਪਣਾ ਆਪ ਨਾ ਜਣਾਈਏ। ਹਉਮੈ ਵਿੱਚ ਆ ਕੇ ਹੋਏ ਰਹੇ ਸਭ ਕੀ ਪਗ ਖਾਕੂ। ਸਾਰਿਆਂ ਦੀ ਚਰਨਾਂ ਦੀ ਧੂੜ ਬਣ ਕੇ ਰਹੀਏ, ਨਿਮਰਤਾ ਦੇ ਵਿੱਚ ਰਹੀਏ, ਨਿਮਾਣੇ ਹੋ ਕੇ ਰਹੀਏ। ਬੂਝੇ ਸ਼ਰਫ ਗੋਦੜੀ ਕੌਣ। ਇਹ ਉਪਦੇਸ਼ ਸਤਿਗੁਰਾਂ ਨੇ ਇਸ ਸ਼ੇਖ ਸ਼ਰਫ ਦੇ ਪੁੱਛਣ ਦੇ ਉੱਤੇ, ਸਵਾਲ ਕਰਨ ਦੇ ਉੱਤੇ ਉੱਤਰ ਮਹਾਰਾਜ ਜੀਆਂ ਨੇ ਦਿੱਤਾ ਸੀ। ਉਹਨੇ ਪਹਿਲਾਂ ਸਵਾਲ ਕੀਤਾ ਖਫਣੀ ਕਾਸ ਵਾਸਤੇ, ਦੂਜਾ ਸਵਾਲ ਕੀਤਾ ਗੋਦੜੀ ਦੀ ਇਹ ਕਾਹਦੇ ਵਾਸਤੇ ਹੈ। ਜਿਸ ਤਰ੍ਹਾਂ ਮਹਾਰਾਜ ਉਹਦਾ ਉੱਤਰ ਦੇਣਗੇ। ਇਹ ਉਪਦੇਸ਼ ਆਪਾਂ ਰਹਿੰਦੇ ਪ੍ਰਸੰਗ ਦੇ ਵਿੱਚ ਕੱਲ੍ਹ ਨੂੰ ਸਰਵਣ ਕਰਾਂਗੇ, ਕਿਉਂਕਿ ਇੱਥੇ ਸਮਾਂ ਸਮਾਪਤੀ 'ਤੇ ਹੈ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ। ਜੋ ਉਪਦੇਸ਼ ਪਾਤਸ਼ਾਹ ਨੇ ਸਾਡੀ ਝੋਲੀ ਪਾਇਆ ਹੈ, ਕਿਉਂਕਿ ਉਪਦੇਸ਼ ਸਾਰਿਆਂ ਲਈ ਸਾਂਝਾ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ। ਕਿਸੇ ਪਰਥਾਏ ਕੋਈ ਮਹਾਂਪੁਰਖ ਉਪਦੇਸ਼ ਦਿੰਦੇ ਨੇ, ਪਰ ਉਪਦੇਸ਼ ਸਮੁੱਚੀ ਕਾਇਨਾਤ ਦੀ ਕਲਿਆਣ ਵਾਸਤੇ ਹੁੰਦਾ ਹੈ। ਪਾਤਸ਼ਾਹ ਨੇ ਅੱਜ ਉਪਦੇਸ਼ ਝੋਲੀ ਵਿੱਚ ਪਾਇਆ ਹੈ ਕਿ ਨਿਮਾਣੇ ਹੋ ਕੇ ਨਿਮਰਤਾ ਦੇ ਵਿੱਚ ਰਹੀਏ। ਪਰ ਨਿਮਾਣਾ ਵੀ ਮਨ ਤਾਂ ਹੁੰਦਾ ਹੈ ਜੇ ਸ਼ਬਦ ਦੀ ਕਮਾਈ ਕਰੇ। ਜੇ ਸ਼ਬਦ ਦੇ ਜਹਾਜ਼ ਦੇ ਉੱਤੇ ਸੁਰਤ ਸਵਾਰ ਹੋ ਜਾਵੇ, ਫਿਰ ਸੰਸਾਰ ਸਮੁੰਦਰ ਨੂੰ ਤਰ ਸਕੀਦਾ ਹੈ। ਤੇ ਜਿਹੜੇ ਸੰਸਾਰ ਸਮੁੰਦਰ ਨੂੰ ਤਰਨਾ ਜਾਣਦੇ ਨੇ, ਉਹਨਾਂ ਨੂੰ ਫਿਰ ਜਨਮ ਮਰਨ ਦਾ ਭੈ ਨਹੀਂ ਰਹਿੰਦਾ। ਉਹ ਫਿਰ ਜਨਮ ਮਰਨ ਤੋਂ ਹੀ ਮੁਕਤ ਹੋ ਜਾਂਦੇ ਨੇ। ਜਨਮ ਮਰਨ ਦੁਹੂ ਮਹਿ ਨਾਹੀ, ਜਨ ਪਾਰੇ ਉਪਕਾਰੀ ਆਏ। ਐਸੀ ਬਖਸ਼ਿਸ਼ਾਂ ਸਤਿਗੁਰਾਂ ਨੇ ਕੀਤੀਆਂ ਹਨ। ਰਹਿੰਦੀ ਵਿਚਾਰ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਅਸੀਸ ਦੇਣੀ, ਗੁਰੂ ਕਾ ਜਸ ਕਰਨ ਦੀ ਜਾਚ ਆਵੇ। ਸੋ ਆਓ ਦੋ ਪੰਕਤੀਆਂ ਅਖੀਰਲੀਆਂ ਸਰਵਣ ਕਰੀਏ। ਇੱਥੇ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ। ਆਪਾ ਕਬ ਨ ਜਨਾਵੋ ਕਾਕੂ। ਹੋਏ ਰਹੇ ਸਭ ਕੀ ਪਗ ਖਾਕੂ। ਬੂਝੇ ਸ਼ਰਫ ਗੋਦੜੀ ਕੌਣ। ਕਾਹੂ ਕਰਮ ਬੈਰਾਗੀ ਜੋਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।